सूरा सो पहचानिए जो लड़े दीन के हेत, पुरजा पुरजा कट मरै कबू ना छाड़े खेत। गिरफ्तार किया ਤੁਹਾਡੇ ਨਾਲ ਵਤੀਰਾ ਕਿਹੋ ਜਿਹਾ ਕੀਤਾ ਸੀ ਪੁਲਿਸ ਨੇ? ਕੋਈ ਤੁਹਾਡੇ ਤੇ ਵੀ ਤਸ਼ੱਦਦ ਢਾਇਆ ਸੀ? ਗੱਲ ਗਲੋਚਲੇ ਉਹਨਾਂ ਨੂੰ ਨਹੀਂ ਵਰਤਣੇ ਚਾਹੀਦੇ। ਜਿਹੜੀ ਬਾਹਰਲੇ ਦੇਸ਼ਾਂ ਦੀ ਪੁਲਿਸ ਹੈ ਨਾ ਜੀ, ਉਹ ਵਾਕਈ ਸੇਵਾ ਭਾਵਨਾ ਵਾਲੀ ਹੈ। ਇੱਥੋਂ ਦੀ ਸੇਵਾ ਦੂਜੀ ਸੇਵਾ ਹੋ ਜਾਂਦੀ ਹੈ ਇਹਨਾਂ ਦੀ ਜੀ। ਦੇਸ਼ ਦਾ ਨੁਕਸਾਨ ਲਗਾਤਾਰ ਹੋ ਰਿਹਾ ਹੈ, ਹਰ ਵਕਤ ਹੋ ਰਿਹਾ। ਕਦੀ ਨੋਟਬੰਦੀ ਦੇ ਨਾਮ ਤੇ ਝੂਠ ਬੋਲ ਕੇ ਕਿ ਤੁਹਾਨੂੰ ਤੁਸੀਂ ਮੈਨੂੰ ਵੋਟ ਦਿਓ, ਤੁਹਾਨੂੰ 15 ਲੱਖ ਰੁਪਏ ਤੁਹਾਡੇ ਖਾਤੇ 'ਚ ਪਾਵਾਂਗੇ। ਕਿਸੇ ਦੇ ਖਾਤੇ 'ਚ ਅੱਜ ਤੱਕ 15 ਲੱਖ ਕੇ 15 ਰੁਪਏ ਵੀ ਨਹੀਂ ਪਾਏ ਇਹਨਾਂ ਨੇ। ਮੋਦੀ ਸਾਡਾ ਭਰਾ ਹੀ ਹੈ, ਵੱਡਾ ਭਰਾ ਹੈ, ਪਰ ਉਹਨੂੰ ਇਹੀ ਬੇਨਤੀ ਕਰਾਂਗੇ, ਭਾਈ ਤੂੰ ਨੀਤੀ ਛੱਡ ਦੇ, ਧੋਖੇ ਜੁਮਲੇਬਾਜ਼ੀਆਂ ਛੱਡ ਦੇ। ਲੈ ਵੀ 15 ਲੱਖ ਰੁਪਏ ਦਵਾਂਗਾ, ਮੇਰਾ ਕੰਮ ਨਹੀਂ ਪਸੰਦ ਹੈਗਾ ਤੇ ਧੱਕਾ ਮਾਰ ਕੇ ਝੂਠ ਬੋਲਣਾ ਛੱਡ ਦਿਓ ਜੀ। ਧਰਮ ਦੇ ਨਾਮ ਤੇ ਲੜਾਓ ਜੀ। ਇੱਦਾਂ ਦਾ ਖਿਆਲ ਤਾਂ ਨਹੀਂ ਆਇਆ ਵੀ ਰੱਬ ਤੋਂ ਵਿਸ਼ਵਾਸ ਉੱਠ ਗਿਆ ਹੋਵੇ, ਕਿਹਾ ਹੋਵੇ ਮੈਂ ਤੇਰੀ ਭਗਤੀ ਬੰਦ ਕਰਤੀ ਵੀ ਤੂੰ ਮੇਰੇ ਨਾਲ ਇੱਦਾਂ ਕੀਤਾ? ਇਹ ਹੈ ਵੀ ਸਾਨੂੰ ਭਰੋਸਾ ਸੀ ਸੱਚੇ ਪਾਤਸ਼ਾਹ ਨੇ ਆਪ ਹੀ ਮਿਹਰ ਕਰਨੀ ਹੈ ਤੇ ਇਹਨਾਂ ਨੂੰ ਸੁਖੀ ਸਾਂਦੀ ਗੁਰੂ ਸਾਹਿਬ ਜੀ ਘਰ ਲੈ ਕੇ ਆਏ ਨੇ ਤੇ ਬਹੁਤ ਹੀ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਗੁਰੂ ਸਾਹਿਬ ਦਾ ਅਸੀਂ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਸਤਿਕਾਰ ਨਾਲ ਅਸੀਂ ਇਹੀ ਬੇਨਤੀ ਕਰਦੇ ਹਾਂ, ਭਾਈ ਜ਼ੁਲਮ ਦੀ ਨੀਤੀ ਛੱਡ ਦਿਓ। ਇਹ ਜ਼ਬਰ ਦੀ ਨੀਤੀ, ਧੱਕੇ ਦੀ ਨੀਤੀ, ਮਾਰੂ ਨੀਤੀ, ਧਰਮ ਦੇ ਨਾਮ ਤੇ ਲੜਾਊ ਮਾਰੂ ਨੀਤੀ ਛੱਡ ਦਿਓ। ਖਾਣ ਨੂੰ ਰੋਟੀ ਵਗੈਰਾ ਦਿੰਦੇ ਸੀਗੇ ਕਿ ਉੱਥੇ ਭੁੱਖਾ ਰੱਖਦੇ ਸੀ ਤੁਹਾਨੂੰ? ਰੋਟੀ ਦੇਣੀ ਤਾਂ ਰੋਟੀ ਤਾਂ ਮਿਲਦੀ ਸੀ, ਪਰ ਰੋਟੀ ਦੇਣ ਦੀ ਜਿਹੜੀ ਨੀਤੀ ਸੀ ਨਾ, ਉਹ ਠੀਕ ਨਹੀਂ ਸੀ। ਤੰਬਾਕੂ ਦੇ ਉੱਤੇ ਗਾਂਜਾ, ਤੰਬਾਕੂ, ਇਹ ਨਸ਼ੇ ਜਿਹੜੇ ਵਰਦੇ ਨੇ, ਧੂਆਂ ਉੱਠਦਾ, ਅੱਗ ਲੱਗ ਕੇ ਜਦੋਂ ਫੂਕਦੇ ਨੇ ਨਾ, ਇਹ ਸਭ ਕੁਝ ਜੇਲ੍ਹ 'ਚ ਚੱਲ ਰਿਹਾ? ਜੇਲ੍ਹ ਚੱਲਦਾ ਜੀ, ਉੱਥੇ ਚੱਲਦਾ ਜੀ। ਲੋਕ ਕਹਿ ਦੇਣਗੇ ਵੀ ਤੁਹਾਡੇ ਪਾਪਾ ਜੇਲ੍ਹ ਗਏ ਹੋਏ ਨੇ, ਪਰ ਕਿਉਂ ਗਏ ਹੋਏ ਨੇ ਉਹ ਬਹੁਤ ਮਾਣ ਵਾਲੀ ਗੱਲ ਹੈ। ਕਦੀ ਉਸ ਤੇ ਉਹ ਤਾਂ ਨਹੀਂ ਹੋਏਗਾ? ਹਾਂਜੀ ਸਾਨੂੰ ਵੀ ਮਾਣ ਨਹੀਂ ਸੀ ਆਪਣੇ ਪਾਪਾ ਤੇ, ਬਾਕੀ ਪਤਾ ਸੀ ਕਿ ਗੁਰੂ ਸਾਹਿਬ ਨੇ ਬਾਹਰ ਵੀ ਕੱਢਣਾ ਹੀ ਹੈ, ਤਾਂ ਵਿਸ਼ਵਾਸ ਸੀ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ। ਉਹਦੀ ਕਿਰਪਾ ਵੱਧ ਤੋਂ ਵੱਧ ਇਹ ਹੋਵੇ ਕਿ ਜਿਹੜੀ ਇਹ ਸਰਕਾਰ ਦੀ ਨੀਤੀ ਹੈ ਨਾ, ਸਾਡਾ ਸਰਕਾਰ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਵੈਰ ਨਹੀਂ, ਕਿਉਂਕਿ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਸਰਦਾਰ ਮਨਜੀਤ ਸਿੰਘ ਸਿਰਸਾ ਸਾਹਿਬ ਦਾ ਤੇ ਉਹਨਾਂ ਸਮੁੱਚੀ ਕਮੇਟੀ ਦਾ, ਜਿਨ੍ਹਾਂ ਨੇ ਇਸ ਰਿਹਾਈ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ। ਨਾਲ ਜਿਹੜਾ ਵੀ ਕੋਈ ਆਡਾ ਲਾ ਰਿਹਾ ਉਹਨੂੰ ਨੋਟਿਸ ਆ ਰਹੇ ਨੇ NIA ਦੇ ਜਾਂ ਕਿਸੇ ਹੋਰ ਤਰ੍ਹਾਂ ਦੇ ਨਾਲ, ਜਿਹੜੇ ਕੋਈ ਮਦਦ ਕਰ ਰਿਹਾ ਕਿਸਾਨ ਅੰਦੋਲਨ 'ਚ, ਇਹਨਾਂ ਨਾਲ ਸਰਕਾਰ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਡਰ ਨਹੀਂ ਲੱਗਿਆ ਵੀ ਤੁਹਾਨੂੰ ਵੀ ਸਰਕਾਰ ਘੇਰ ਸਕਦੀ? ਸਿੱਖ ਕੌਮ ਤਾਂ ਚੜ੍ਹਦੀ ਕਲਾ ਰਹਿੰਦੀ ਹੈ, ਕੋਈ ਭੈ ਤਾਂ ਹੈ ਹੀ ਨਹੀਂ। ਭੈ ਤਾਂ ਕੇਵਲ ਸਾਨੂੰ ਅਕਾਲ ਪੁਰਖ ਨਿਰੰਕਾਰ ਦਾ, ਕਿ ਸਾਤੋਂ ਕਿਤੇ ਜਾਣੇ ਅਣਜਾਣੇ 'ਚ ਕੋਈ ਗਲਤੀ ਨਾ ਹੋ ਜਾਵੇ, ਅਸੀਂ ਕਿਸੇ ਦਾ ਮਨ ਨਾ ਦਿਖਾਈਏ, ਕਿਸੇ ਤੇ ਸਾਡੇ ਕੋਲ ਜ਼ਬਰ ਨਾ ਹੋ ਜਾਵੇ। ਸੋ ਇਹ ਸਾਡੇ ਮਨ 'ਚ ਪਿਆ ਰਹਿੰਦਾ ਹਮੇਸ਼ਾ। ਕਿਸਾਨ ਅੰਦੋਲਨ ਦੇ ਵਿੱਚ ਜਦੋਂ 26 ਜਨਵਰੀ ਨੂੰ ਕਿਸਾਨ ਮਾਰਚ ਕੱਢਿਆ ਗਿਆ ਤਾਂ ਇੱਕ ਹਿੱਸਾ ਲਾਲ ਕਿਲੇ ਦੇ ਵੱਲ ਪਹੁੰਚ ਗਿਆ ਸੀਗਾ, ਤਾਂ ਕਈ ਨੌਜਵਾਨਾਂ ਨੂੰ ਪੁਲਿਸ ਨੇ ਉੱਥੇ ਗ੍ਰਿਫਤਾਰ ਵੀ ਕੀਤਾ ਤੇ ਤਸ਼ੱਦਦ ਵੀ ਉਹਨਾਂ ਤੇ ਢਾਈ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਸੀ ਜਿਸ ਤਰ੍ਹਾਂ ਦੀਪ ਸਿੱਧੂ ਹੋ ਗਏ ਜਾਂ ਭਾਈ ਇਕਬਾਲ ਸਿੰਘ ਹੋ ਗਏ, ਜਿਨ੍ਹਾਂ ਦੇ ਸਿਰ ਤੇ ਦਿੱਲੀ ਪੁਲਿਸ ਨੇ ਇਨਾਮ ਵੀ ਰੱਖਿਆ। ਪਰ ਉਹ ਕੌਮ ਦੇ ਲਈ ਮਾਣ ਵਾਲੀ ਗੱਲ ਬਣ ਗਈ ਸੀਗੀ, ਕਿਉਂਕਿ ਉਹਨਾਂ ਨੇ ਕੌਮ ਦੇ ਲਈ ਕੁਝ ਕੀਤਾ ਸੀਗਾ। ਬਹੁਤ ਲੋਕਾਂ ਨੇ ਉਹਨਾਂ ਦੀ ਪਿਆਰ ਦਿੱਤਾ ਉਹਨਾਂ ਨੂੰ, ਉਹਨਾਂ ਦੇ ਲਈ ਅਰਦਾਸਾਂ ਕੀਤੀਆਂ ਕਿ ਜਲਦ ਤੋਂ ਜਲਦ ਉਹ ਜੇਲ੍ਹ 'ਚੋਂ ਰਿਹਾ ਹੋ ਜਾਣ। ਸਰਕਾਰ ਨੂੰ ਵੀ ਬਹੁਤ ਅਪੀਲਾਂ ਕੀਤੀਆਂ ਕਿ ਛੇਤੀ ਤੋਂ ਛੇਤੀ ਦੀਪ ਸਿੱਧੂ ਜਾਂ ਭਾਈ ਇਕਬਾਲ ਸਿੰਘ ਹੋਰਾਂ ਨੂੰ ਰਿਹਾ ਕੀਤਾ ਜਾਵੇ। ਤਾਂ ਜਦੋਂ ਰਿਹਾਈ ਹੁੰਦੀ ਹੈ ਦੋਨਾਂ ਦੀ, ਦੀਪ ਸਿੱਧੂ ਅਤੇ ਭਾਈ ਇਕਬਾਲ ਸਿੰਘ ਹੋਰਾਂ ਦੀ ਇਕੱਠੀ ਰਿਹਾਈ ਹੁੰਦੀ ਹੈ, ਦਿੱਲੀ ਲਾਲ ਕਿਲਾ ਹਿੰਸਾ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ। ਤਾਂ ਅੱਜ ਉਹ ਆਪਣੇ ਘਰ ਲੁਧਿਆਣੇ ਪਹੁੰਚ ਚੁੱਕੇ। ਅੱਜ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਬੈਠੇ ਹਾਂ, ਸਾਰੇ ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਮਾਤਾ ਜੀ, ਪਿਤਾ ਜੀ, ਪਤਨੀ ਅਤੇ ਦੋਨੋਂ ਬੇਟੀਆਂ ਉਹਨਾਂ ਦੀਆਂ ਇੱਥੇ ਮੌਜੂਦ ਨੇ ਤੇ ਭਾਈ ਇਕਬਾਲ ਸਿੰਘ ਹੋਰੀ ਵੀ ਮੌਜੂਦ ਨੇ। ਗੱਲਬਾਤ ਕਰਾਂਗੇ। ਭਾਈ ਸਾਹਿਬ ਠੀਕ ਠਾਕ ਹੋ? ਚੜ੍ਹਦੀ ਕਲਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਸ਼ੁਕਰਾਨਾ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਕਰਦੇ ਹੋਏ, ਕਿਉਂਕਿ ਸਤਿਗੁਰੂ ਜੀ ਕਿਤੇ ਗਏ ਨਹੀਂ ਗਏ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਵਾਂ ਔਨ 에ਅਰ ਚੈਨਲ ਦਾ, ਜਿਨ੍ਹਾਂ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਪੂਰਾ ਤੁਹਾਡਾ ਹੌਸਲਾ ਹੈ ਤੇ ਹਰ ਵੇਲੇ ਤੁਸੀਂ ਸੱਚ ਦੇ ਨਾਲ ਡਟ ਕੇ ਖੜੇ ਹੁੰਦੇ ਹੋ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਲੱਗ ਰਿਹਾ ਘਰ ਆ ਕੇ ਮਨ ਨੂੰ ਸ਼ਾਂਤੀ ਮਿਲੀ? ਦੇਖੋ, ਸ਼ਾਂਤੀ ਤਾਂ ਸਦਾ ਹੀ ਸ਼ਾਂਤੀ ਹੈ। ਸਾਡਾ ਸਿਸਟਮ ਜਿਹੜਾ ਨਾ ਸ਼ਾਂਤੀ ਵਾਲਾ ਹੀ ਹੈ। ਉਹ ਸ਼ਾਂਤੀ ਸਾਨੂੰ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਸ਼ਾਂਤੀ ਤੇ ਪਹਿਰਾ ਦੇਣ ਲਈ ਲਾਲ ਕਿਲੇ ਪਹੁੰਚੇ ਸੀ ਜੀ। ਸਾਡਾ ਕੋਈ ਹਿੰਸਾ ਦਾ ਮਕਸਦ ਨਹੀਂ ਸੀਗਾ। ਹਿੰਸਾ ਕੁਝ ਠੀਕ ਹੈ, ਦੁਖਦ ਘਟਨਾ ਵਾਪਰੀਏ, ਪਰ ਉਸ ਹਿੰਸੇ ਸਰਕਾਰ ਦੀ ਜਿਹੜੀ ਨੀਤੀ ਸੀ, ਜ਼ਾਲਮ ਨੀਤੀ ਕਰਕੇ ਹਿੰਸਾ ਹੋਈ ਹੈ।
ਉਹ ਉਹਦਾ ਜੋ ਆ ਉਹ ਦੁਖਤ ਹੋਇਆ ਸੀ ਉਹਦੇ ਲਈ। ਗੁਰੂ ਸਾਹਿਬ ਦੇ ਅੱਗੇ ਇਹੀ ਬੇਨਤੀ ਕਰੇ ਇਹੋ ਜਿਹੀ ਘਟਨਾ ਵਾਪਰੇ ਨਾ ਮੋੜ ਕੇ ਕਦੀ ਵੀ। ਲੜਾਈ ਝਗੜੇ ਤੋਂ ਅਸੀਂ ਪਹਿਲਾਂ ਹੀ ਲੜਾਈ ਝਗੜੇ ਨਾਲ ਸਾਡਾ ਲੜਾਈ ਵਾਲਾ ਸਿਸਟਮ ਨਹੀਂਗਾ, ਸਾਡਾ ਹਮੇਸ਼ਾ ਪਿਆਰ ਵਾਲਾ ਸਿਸਟਮ ਹੈ ਜੀ, ਪਿਆਰ ਵਾਲਾ। ਕਿਉਂਕਿ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮਝਾਇਆ ਏ, ਸਾਚ ਕਹੂੰ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਸਾਡਾ ਕਿਸੇ ਨਾਲ ਕਿਸੇ ਪ੍ਰਕਾਰ ਦਾ ਵੈਰ ਨਹੀਂਗਾ, ਸਾਡਾ ਸਤਿਗੁਰ ਨਿਰਵੈਰ ਹੈ ਤੇ ਸਾਨੂੰ ਸਮਝਾਉਂਦੇ ਨੇ ਕਿ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣੀ ਆਈ। ਇਹੀ ਨੀਤੀ ਤੇ ਅਸੀਂ ਪਹਿਰਾ ਦਿੰਦੇ ਹਾਂ ਤੇ ਅੰਤਲੇ ਸਵਾਸਾਂ ਤੱਕ ਦਿੰਦੇ ਹੀ ਰਵਾਂਗੇ। ਇੱਕ ਪਾਸੇ ਦਿੱਲੀ ਪੁਲਿਸ ਨੇ ਤੁਹਾਡੇ ਸਿਰ ਤੇ 50,000 ਦਾ ਇਨਾਮ ਰੱਖਿਆ, ਦੂਜੇ ਪਾਸੇ ਕੌਮ ਦੇ ਵਾਸਤੇ ਤੁਸੀਂ ਜਿਹੜੇ ਲੋਕ ਨੇ ਉਹ ਤੁਹਾਨੂੰ ਇੰਨਾ ਪਿਆਰ ਦੇਣ ਲੱਗੇ, ਤੁਹਾਡੇ ਵਾਸਤੇ ਅਰਦਾਸਾਂ ਕਰਨ ਲੱਗੇ ਕਿ ਜਲਦ ਤੋਂ ਜਲਦ ਤੁਸੀਂ ਰਿਹਾ ਹੋਵੋ, ਸਾਡੇ ਵਿੱਚ ਆਓ। ਕਿਸ ਤਰ੍ਹਾਂ ਲੱਗਦਾ ਜੋ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੁਹਾਨੂੰ? ਇਹ ਸਮੂਹ ਸੰਗਤ, ਉਹ ਸੰਗਤ ਜਿਹੜੀ ਸਰਕਾਰ ਦੀ ਜ਼ਾਲਮ ਨੀਤੀ ਦੇ ਵਿਰੁੱਧ ਚੱਲ ਰਹੀ ਏ ਤੇ ਪਹਿਰਾ ਦੇ ਕੇ ਮੋਰਚਾ ਲਾ ਕੇ ਕਿਸਾਨ ਵੀਰ ਵੀ ਬੈਠੇ ਹੋਏ ਨੇ, ਤੇ ਹੋਰ ਜਿਹੜੀ ਸਰਕਾਰ ਦੀ ਮਾਰੂ ਨੀਤੀ ਏ, ਉਹ ਮਾਰੂ ਨੀਤੀ ਦੇਸ਼ ਮਾਰੂ ਨੀਤੀ ਹੈ। ਦੇਸ਼ ਮਾਰੂ, ਦੇਸ਼ ਦਾ ਨੁਕਸਾਨ ਲਗਾਤਾਰ ਹੋ ਰਿਹਾ ਹੈ, ਹਰ ਵਕਤ ਹੋ ਰਿਹਾ। ਕਦੀ ਨੋਟਬੰਦੀ ਦੇ ਨਾਮ ਤੇ ਝੂਠ ਬੋਲ ਕੇ ਕਿ ਤੁਹਾਨੂੰ, ਤੁਸੀਂ ਮੈਨੂੰ ਵੋਟ ਦਿਓ, ਤੁਹਾਨੂੰ 15 ਲੱਖ ਰੁਪਏ ਤੁਹਾਡੇ ਖਾਤੇ 'ਚ ਪਾਵਾਂਗੇ। ਕਿਸੇ ਦੇ ਖਾਤੇ 'ਚ ਅੱਜ ਤੱਕ 15 ਲੱਖ ਕੀ 15 ਰੁਪਏ ਵੀ ਨਹੀਂ ਪਾਏ ਇਹਨਾਂ ਨੇ। ਤੇ ਤੁਹਾਨੂੰ ਗ੍ਰਿਫਤਾਰ ਪੁਲਿਸ ਨੇ ਕਿੱਥੋਂ ਕੀਤਾ ਸੀਗਾ ਤੇ ਹੋਇਆ ਕੀ ਸੀਗਾ ਅਸਲ ਵਿੱਚ? ਇਹ ਹੁਸ਼ਿਆਰਪੁਰ ਦੇ ਕੋਲੋਂ ਜੀ ਗੁਰਸਾਹਿਬ ਨੇ ਬਖਸ਼ਿਸ਼ ਕੀਤੀ। ਉਹ ਵੀ ਇੱਕ ਯਾਤਰਾ ਗੁਰਸਾਹਿਬ ਨੇ ਜੇਲ੍ਹ ਦੀ ਕਰਾਣੀ ਸੀਗੀ ਤੇ ਇਹ ਚੜ੍ਹਦੀ ਕਲਾ ਲਈ ਯਾਤਰਾ ਹੀ ਹੈ ਜੀ। ਹਾਂਜੀ। ਤੇ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਤੁਹਾਡੇ ਨਾਲ ਵਤੀਰਾ ਕਿਹੋ ਜਿਹਾ ਕੀਤਾ ਸੀ ਪੁਲਿਸ ਨੇ? ਕੋਈ ਤੁਹਾਡੇ ਤੇ ਵੀ ਤਸ਼ੱਦਦ ਢਾਇਆ ਸੀ? ਦੇਖੋ ਜੀ, ਜਿਹੜੇ ਕ੍ਰਾਈਮ ਬ੍ਰਾਂਚ ਵਾਲੇ ਜੋ ਕੀਤਾ, ਉਹਨਾਂ ਦਾ ਸੁਭਾਅ ਏ, ਉਹਨਾਂ ਦੀ ਮਾਤਰ ਭਾਸ਼ਾ ਜਿਹੜੀ ਏ, ਉਹ ਮਾਤਰ ਭਾਸ਼ਾ ਪੁੱਛਿਆ ਸੀ ਮੈਂ ਕਿਹਾ ਤੁਸੀਂ ਗਾਲਾਂ ਕਿਉਂ ਕੱਢਦੇ ਹੋ? ਕਹਿੰਦੇ ਸਾਡੀ ਇਹਨਾਂ ਦੀ ਮਾਤਰ ਭਾਸ਼ਾ ਹੀ ਹੈ ਜੀ, ਉਹਨਾਂ ਦੀ ਗਾਲੀ ਗਲੋਚ ਵਾਲੀ। ਉਹ 10 ਵਾਰੀ ਤੋਂ ਮੈਂ ਲਗਾਤਾਰ ਜੀ 26 ਅਪ੍ਰੈਲ ਤੱਕ ਸੁਣਦਾ ਹੀ ਰਿਹਾ ਜੀ। ਉਹਨਾਂ ਦੀ ਮਾਤਰ ਭਾਸ਼ਾ ਹੈ, ਉਹਨਾਂ ਦੀ ਗਾਲੀ ਗਲੋਚ ਤਾਂ ਚੱਲਦੀ ਰਹਿੰਦੀ ਹੈ। ਉੱਥੇ ਉਹਨਾਂ ਕੋਲ ਜੇਲ੍ਹ ਵੈਸੇ ਸੁਧਾਰ ਹੁੰਦਾ ਹੈ, ਸੁਧਾਰ ਕਰ, ਪਰ ਉਹ ਸੁਧਾਰ ਘੱਟ ਹੋਣ ਕਰਕੇ ਤੇ ਉੱਥੇ ਕੁਝ ਹੋਰ ਨੀਤੀਆਂ ਚੱਲਦੀਆਂ ਜੀ। ਤੇ ਜਦੋਂ ਪੁਲਿਸ ਦੀ ਰਿਮਾਂਡ ਦੇ ਵਿੱਚ ਰਹੇ ਸੀ, ਪੁਲਿਸ ਨੇ ਕੁੱਟਮਾਰ ਵੀ ਤੁਹਾਡੇ ਨਾਲ ਕੀਤੀ ਕੋਈ? ਨਹੀਂ, ਕੁੱਟਮਾਰ ਤਾਂ ਕੋਈ ਨਹੀਂ ਕੀਤੀ। ਹਾਂ, ਗਾਲੀ ਗਲੋਚ ਚੱਲਦਾ ਰਿਹਾ ਜੀ ਉਹਨਾਂ ਦਾ। ਤੇ ਬਹੁਤ ਜੋ ਉਹਨਾਂ ਨੂੰ ਸ਼ਬਦ ਨਹੀਂ ਵਰਤਣੇ ਚਾਹੀਦੇ ਨਾ, ਸ਼ਬਦ ਕਿਉਂ ਕੁਛ ਸ਼ਬਦ ਗਾਲੀ ਗਲੋਚ ਵਾਲੇ, ਉਹ ਉਹਨਾਂ ਨੂੰ ਨਹੀਂ ਵਰਤਣੇ ਚਾਹੀਦੇ। ਜਿਹੜੇ ਬਾਹਰਲੇ ਦੇਸ਼ਾਂ ਦੀ ਪੁਲਿਸ ਹੈ ਨਾ ਜੀ, ਉਹ ਵਾਕਈ ਸੇਵਾ ਭਾਵਨਾ ਵਾਲੀ ਹੈ। ਇੱਥੋਂ ਦੀ ਸੇਵਾ ਦੂਜੀ ਸੇਵਾ ਹੋ ਜਾਂਦੀ ਇਹਨਾਂ ਦੀ ਜੀ। ਤੇ ਖਾਣ ਨੂੰ ਰੋਟੀ ਵਗੈਰਾ ਦਿੰਦੇ ਸੀਗੇ ਕਿ ਉੱਥੇ ਭੁੱਖਾ ਰੱਖਦੇ ਸੀ ਤੁਹਾਨੂੰ? ਰੋਟੀ ਦੇਣੀ ਤਾਂ ਰੋਟੀ ਤਾਂ ਮਿਲਦੀ ਸੀ, ਪਰ ਰੋਟੀ ਦੇਣ ਦੀ ਜਿਹੜੀ ਨੀਤੀ ਸੀ ਨਾ, ਉਹ ਠੀਕ ਨਹੀਂ ਸੀਗੀ। ਉਹ ਬਸ ਇਦਾਂ ਹੀ ਜੀ, ਵਾਹਿਗੁਰੂ ਦੱਸ ਨਹੀਂ ਸਕਦੇ ਜੀ। ਤੇ ਜਦੋਂ ਫਿਰ ਥਾਣੇ ਚੋਂ ਜੇਲ੍ਹ 'ਚ ਪੁਲਿਸ ਨੇ ਤੁਹਾਨੂੰ ਕੀਤਾ, ਜੇਲ੍ਹ ਦੇ ਵਿੱਚ ਕਿੱਦਾਂ ਦਾ ਵਤੀਰਾ? ਉਵੇਂ ਦਾ ਹੀ ਸੀਗਾ ਕਿ ਜੇਲ੍ਹ 'ਚ ਕੁਝ ਥੋੜਾ ਠੀਕ ਸੀਗਾ? ਦੇਖੋ, ਜੇਲ੍ਹ ਜਿਹੜੀ ਨੀਤੀ ਨਾ, ਉੱਥੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਕਿਹਾ ਜਗਤ ਝੂਠ ਤਮਾਕੂ, ਉੱਥੇ ਨਾ ਮੇਰਾ ਜੇਲ੍ਹ ਸਰਕਾਰ ਦੇ ਅੱਗੇ ਸਵਾਲ ਹੈ ਕਿ ਉੱਥੇ ਕਿੰਨੀਆਂ ਅੱਜ ਦੇ ਪੱਖ ਦੇ ਨਵੇਂ ਯੁੱਗ ਦੀਆਂ ਮਸ਼ੀਨਾਂ ਲੱਗੀਆਂ ਨੇ ਕਿ ਅੰਦਰ ਕੋਈ ਹੋਰ ਚੀਜ਼ ਨਾ ਚਲੀ ਜਾਵੇ। 4 ਮਸ਼ੀਨਾਂ 'ਚੋਂ ਲੰਘਦੇ ਨੇ। ਇਹ ਤਾਂ ਫਿਰ ਜਿਹੜੇ ਜਾਂਦੇ ਨੇ ਉਹਨਾਂ ਦੇ ਕੱਪੜੇ ਉਤਰਵਾ ਕੇ ਚੈੱਕ ਕਰਦੇ ਨੇ ਜੀ। ਪਰ ਅੰਦਰ ਇਹ ਮੇਰਾ ਸਵਾਲ ਕਿ ਤੰਬਾਕੂ ਕਿੱਦਾਂ ਪਹੁੰਚਦਾ? ਜਗਤ ਝੂਠ ਜਿਹੜਾ ਸਭ ਤੋਂ ਗੰਦਾ ਨਸ਼ਾ ਹੈ, ਉਹ ਕਿੱਦਾਂ ਪਹੁੰਚਦਾ? ਅੰਦਰ ਬਿਜ਼ਨਸ ਚੱਲਦੇ ਪਏ ਨੇ। ਇਹ ਮੇਰਾ ਸਰਕਾਰ ਦੇ ਅੱਗੇ ਬੇਨਤੀ ਹੈ, ਇਹ ਉੱਥੋਂ ਖਤਮ ਕੀਤਾ ਜਾਵੇ ਜਾਂ ਦੂਜੀ ਨੀਤੀ ਅਪਣਾਓ। ਉੱਥੇ ਜੇ ਤੁਸੀਂ ਤੰਬਾਕੂ ਵਰਤਣਾ ਨਹੀਂ ਛੱਡ ਸਕਦੇ, ਵਰਤਦੇ ਨੇ ਜਿਹੜੇ ਉਹਨਾਂ ਮੁਨਸ਼ੀ ਬਣਾਏ ਨੇ, ਹੋਰ ਜਿਹੜੇ ਉੱਤੇ ਆਗੂ ਬਣਾਏ ਨੇ, ਲੀਡਰ ਬਣਾਏ ਨੇ ਉਹਨਾਂ 'ਚ ਜੇਲ੍ਹ 'ਚ, ਉਹ ਵੀ ਵਰਤਦੇ ਨੇ, ਅੱਗੇ ਉਹ ਵਰਤਾਏ ਜਾ ਰਹੇ ਨੇ। ਇੱਕ ਮੇਰੀ ਬੇਨਤੀ, ਜਿਹੜੇ ਸਿੱਖ ਭਾਈਚਾਰਾ ਹੈ, ਜਿਹੜੇ ਅੰਮ੍ਰਿਤਧਾਰੀ ਗੁਰਸਿੱਖ ਨੇ, ਜਿਨ੍ਹਾਂ ਨੂੰ ਇਹ ਹੁਕਮ ਹੈ ਕਿ 5 ਅਪ੍ਰੈਲ ਤੰਬਾਕੂ ਜਗਤ ਜੂੜ ਨੂੰ ਨਹੀਂ ਵਰਤਣਾ, ਕਿ ਬਜਰ ਕੁਰਿਆ ਤੇ ਉਹਨਾਂ ਨੂੰ ਇਸ ਸਿੱਖਾਂ ਵਾਸਤੇ ਕੋਈ ਵੱਖਰਾ ਫਿਰ ਇਹ ਕਰਨਾ ਚਾਹੀਦਾ ਹੈ। ਕਿਉਂਕਿ ਅਸੀਂ ਤਾਂ ਭਾਈ, ਉਹ ਸਾਡੇ ਸਾਹਮਣੇ ਕੋਈ ਤੰਬਾਕੂ ਪੀਂਦਾ ਹੋਵੇ, ਤੰਬਾਕੂ ਦੇ ਉੱਥੇ ਗਾਂਜਾ, ਤੰਬਾਕੂ, ਇਹ ਨਸ਼ੇ ਜਿਹੜੇ ਵਰਦੇ ਨੇ, ਧੂਆਂ ਉੱਠਦਾ, ਅੱਗ ਲਾ ਕੇ ਜਦੋਂ ਫੂਕਦੇ ਨੇ ਨਾ, ਇਹ ਸਭ ਕੁਝ ਜੇਲ੍ਹ 'ਚ ਚੱਲ ਰਿਹਾ ਸੀ? ਜੇਲ੍ਹ ਚੱਲਦਾ ਜੀ, ਉੱਥੇ ਚੱਲਦਾ ਜੀ ਜੇਲ੍ਹ। ਤੁਹਾਨੂੰ ਫਿਰ ਬਹੁਤ ਦਿੱਕਤ ਆਈ ਹੋਣੀ ਹੈ, ਗੁਰਸਿੱਖ ਹੈਗੇ ਹੋ ਤੁਸੀਂ ਤੇ ਆਪਾਂ ਤਾਂ ਨਾਲ ਖੜੇ ਕਿਸੇ ਨੂੰ ਦੇਖ ਵੀ ਨਹੀਂ ਸਕਦੇ, ਤੇ ਤੁਹਾਨੂੰ ਉੱਥੇ ਰਹਿਣਾ ਪਿਆ। ਅਸੀਂ ਇੱਧਰ ਪਾਠ ਕਰਦੇ ਹਾਂ, ਬਾਣੀ ਦਾ ਜਾਪ ਕਰਦੇ ਹਾਂ, ਤੇ ਸਾਡੇ ਸਾਹਮਣੇ ਕੋਈ ਧੂਆਂ ਛੱਡੇ, ਉਹ ਕਿਉਂਕਿ ਸਾਰਾ ਉੱਥੇ ਗਰੁੱਪ ਹੀ ਨੇ ਜੀ ਜ਼ਿਆਦਾ। ਤੇ ਅਸੀਂ ਤਾਂ 2 ਜਣੇ ਅੰਮ੍ਰਿਤਧਾਰੀ ਉੱਥੇ ਉਸ ਬੈਰਿੰਗ 'ਚ ਸੀਗੇ। ਉਹ ਫਿਰ ਬੜਾ ਮਨ ਦੁੱਖ ਦਿੰਦਾ ਸੀਗਾ, ਸਾਡੇ ਲਈ ਮਰਨ ਦੇ ਬਰਾਬਰ ਹੈ ਇਹ। ਉੱਥੇ ਮੈਂ ਮਰਦਾ ਹੀ ਪਿਆ ਸੀ ਇੱਕ ਤਰੀਕੇ ਨਾਲ, ਵੈਸੇ ਅੰਦਰੋਂ ਚੜ੍ਹਦੀ ਕਲਾ 'ਚ, ਪਰ ਇਹ ਧੂਮਰਪਾਨ ਸਾਡੇ ਨੇੜੇ ਨਾਲ, ਇਹ ਮਰਨ ਦੇ ਬਰਾਬਰ ਹੈ। ਪਰ ਸਰਕਾਰ ਨੂੰ ਇਹ ਨੀਤੀ ਅਪਣਾਉਣੀ ਚਾਹੀਦੀ। ਜਿਹੜੇ ਸਿੱਖ ਨੇ, ਅੰਮ੍ਰਿਤਧਾਰੀ ਨੇ, ਜਿਹੜੇ ਗੁਰੂ ਕੇ ਖਾਲਸੇ ਨੇ, ਉਹਨਾਂ ਲਈ ਇੱਕ ਵੱਖਰਾ ਇੱਕ ਬੈਰਿੰਗ ਬਣਾ ਦਿਓ। ਜਾਂ ਤਾਂ ਜਿਹੜੇ ਅੰਮ੍ਰਿਤਧਾਰੀ ਨੇ, ਜਿੱਦਾਂ ਕਿੰਨੇ ਕੁਰਬਾਨੀ ਲਈ ਸਿੱਖ ਉੱਤੇ ਬੈਠੇ, ਉਹਨਾਂ ਵਾਸਤੇ ਵੱਖਰਾ ਬੈਰਿੰਗ ਰੱਖੋ, ਉਹਨਾਂ ਨੂੰ ਵੱਖਰੇ ਥੋੜਾ ਕੀਤਾ ਹੋਵੇ ਨਾ, ਤਾਂ ਕਿ ਉਹਨਾਂ ਇਹ ਨਸ਼ੇ ਤੋਂ ਬਚ ਸਕਣ, ਨਸ਼ੇ ਦੇ ਧੂਆਂ ਨਾਲ ਜਾਵੇ। ਕੋਈ ਕਿਸੇ ਨੂੰ ਜ਼ਬਰਦਸਤੀ
ਇਹ ਧੱਕਾ ਹੀ ਹੈ, ਇਹ ਜ਼ਬਰ ਹੀ ਹੈ, ਇਹ ਜ਼ੁਲਮ ਸਾਡੇ ਤੇ ਉੱਥੇ ਹੁੰਦਾ ਰਿਹਾ ਜੀ। ਜਿਸ ਤਰ੍ਹਾਂ ਲਾਲ ਕਿਲ੍ਹਾ ਹਿੰਸਾ ਮਾਮਲਾ 'ਚ ਤੁਹਾਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸੀ, ਲਾਲ ਕਿਲ੍ਹੇ ਤੇ ਤੁਸੀਂ ਪਹੁੰਚੇ ਕਿਸ ਤਰ੍ਹਾਂ ਸੀਗੇ? ਮੈਂ ਜੀ ਗੁਰਦੁਆਰਾ ਸੀਸਗੰਜ ਸਾਹਿਬ ਗਿਆ ਸੀ ਜੀ। ਉੱਥੋਂ ਸਾਰਾ ਮੇਰਾ ਫੇਸਬੁੱਕ ਤੇ ਲਾਈਵ ਸੀਗਾ, ਉੱਥੇ ਮੈਂ ਲਾਈਵ ਕਰਤਾ ਸੀਗਾ। ਉੱਥੋਂ ਰਸਤਾ ਮਿਲਦਾ ਗਿਆ ਤੇ ਗੁਰਸਾਹਿਬ ਉੱਥੇ ਸਾਨੂੰ ਲੈ ਗਏ। ਤੇ ਸਾਡੀ ਉੱਥੇ ਜਾਣ ਦੀ ਨੀਤੀ ਕੀ ਹੈ, ਗੁਰਸਾਹਿਬ ਨੇ ਸਾਨੂੰ ਕਿਉਂ ਉੱਥੇ ਲੈ ਗਏ ਨੇ? ਕਿਉਂਕਿ ਗੁਰੂ ਦੀ ਨੀਤੀ ਹੈ, ਸਤਿਗੁਰ ਨੀਤੀ, ਪੈ ਕਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਣ, ਕਹੋ ਨਾਨਕ ਸੁਨ ਰੇ ਮੈਂ ਨਾ ਗਿਆਨੀ ਤਾਹੇ ਬਖਾਨ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਇਹ ਯੁੱਧ ਸੀਗਾ, ਇਹ ਨੀਤੀ ਧਰਮ ਦੀ ਨੀਤੀ ਹੈ। ਇੱਥੇ ਸਾਡਾ ਦੇਸ਼ ਨਾਲ ਬਹੁਤ ਪਿਆਰ ਹੈ, ਸਾਡਾ ਤਿਰੰਗੇ ਨਾਲ ਪਿਆਰ ਹੈ, ਕਿਉਂਕਿ ਇਸੇ ਤਿਰੰਗੇ ਵਾਸਤੇ ਹੀ ਹਿੰਦੁਸਤਾਨ ਦੀ ਆਜ਼ਾਦੀ 'ਚ ਕਿੰਨੀਆਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਨੇ। ਤੇ ਅੱਜ ਜਿਹੜੇ ਦੇਸ਼ ਦੀ ਰੱਖਿਆ ਵਾਸਤੇ ਨੌਜਵਾਨ ਪੰਜਾਬੀ ਬੈਠੇ ਨੇ, ਉੱਥੇ ਬਾਰਡਰਾਂ 'ਤੇ ਬੈਠੇ ਨੇ, ਉਹ ਤਿਰੰਗੇ ਲਈ ਆਪਣੀ ਜਾਨ ਦੇਣ ਲਈ ਤਿਆਰ ਨੇ ਤੇ ਜਾਨ ਲੈਣ ਲਈ ਤਿਆਰ ਬੈਠੇ ਨੇ। ਉਹ ਇੱਕ ਯੁੱਧ ਦੀ ਨੀਤੀ ਅਪਣਾਉਂਦੇ ਨੇ, ਭਾਵ ਦੇਸ਼ ਨੂੰ ਸਮਰਪਿਤ ਅਸੀਂ। ਸਾਡੇ ਗੁਰੂ ਸਾਹਿਬ ਦੇਸ਼ ਨੂੰ ਵੀ ਸਮਰਪਿਤ ਨੇ ਤੇ ਪੂਰੇ ਸੰਸਾਰ ਨੂੰ ਸਮਰਪਿਤ। ਇਹੀ ਨੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਸਾਡਾ ਕਿਸੇ ਮਨੁੱਖ ਨਾਲ ਵੀ ਵੈਰ ਨਹੀਂਗਾ, ਕਿਸੇ ਜੀਵ ਜੰਤੂ ਨਾਲ ਵੈਰ ਨਹੀਂਗਾ, ਕਿਸੇ ਦੇਸ਼ ਨਾਲ ਵੈਰ ਨਹੀਂ। ਸਾਡਾ ਪਾਕਿਸਤਾਨ ਵੀ ਆਪਣੀ ਹੈ, ਅਫਗਾਨਿਸਤਾਨ ਵੀ ਆਪਣੀ ਹੈ, ਕੈਨੇਡਾ ਅਮਰੀਕਾ ਸਾਰੇ ਸਾਡੇ ਆਪਣੇ ਨੇ ਜੀ। ਕਿਉਂਕਿ ਸਾਡਾ ਫਿਰ ਸਿਧਾਂਤ ਉਹੀ ਮੈਂ ਕਹਾਂਗਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਕਿਉਂਕਿ ਗੁਰਸਾਹਿਬ ਸਾਨੂੰ ਨੀਤੀ ਤੀ ਏਕ ਪਿਤਾ ਏਕ ਕੇ ਮੁਬਾਰਕ। ਹਿੰਦੂਆਂ ਦਾ ਪਿਤਾ ਵੀ ਉਹੀ ਹੈ, ਮੁਸਲਮਾਨਾਂ ਦਾ ਪਿਤਾ ਪਿਓ ਉਹੀ ਹੈ ਤੇ ਸਾਡਾ ਹੀ ਪਿਓ ਉਹੀ ਹੈ। ਵਾਹਿਗੁਰੂ ਪਰਮੇਸ਼ਰ ਨੂੰ ਗੋਡ ਕਹਿ ਲਓ, ਵਾਹਿਗੁਰੂ ਕਹਿ ਲਓ, ਰੱਬ ਕਹਿ ਲਓ, ਪਰਮੇਸ਼ਰ ਨਾਮ ਹੁੰਦੇ ਅਨੇਕਾਂ ਨੇ ਜੀ। ਤੇਰੇ ਨਾਮ ਅਨੇਕਾਂ, ਰੂਪ ਅਨੰਤਾ, ਕਹਿ ਨਾ ਜਾਹੀ ਗੁਣ ਕੀਤੇ। ਕਰੀਮਾ ਤੂੰ ਹੀ, ਰਹੀਮਾ ਤੂੰ ਹੀ, ਸਾਰੇ ਉਹੀ ਨੇ। ਵਾਹਿਗੁਰੂ। ਤੁਸੀਂ ਜਿਸ ਤਰ੍ਹਾਂ ਹੁਣ ਕਾਫੀ ਭਾਵੁਕ ਹੋਏ ਹੋ, ਜਿਸ ਤਰ੍ਹਾਂ ਜਦੋਂ ਤੁਹਾਡੇ ਪਤੀ ਉੱਥੇ ਸੀਗੇ ਜੇਲ੍ਹ ਦੇ ਵਿੱਚ, ਬਹੁਤ ਔਖਾ ਹੁੰਦਾ ਹੋਣਾ, ਤਾਂ ਡਰ ਵੀ ਲੱਗਦਾ ਹੋਣਾ ਵੀ ਪਤਾ ਨਹੀਂ ਕਦੋਂ ਆਉਣਗੇ। ਕਿੱਦਾਂ ਲੰਘੇ ਸੀਗੇ ਉਦੋਂ ਦਿਨ ਫਿਰ? ਉਸ ਟਾਈਮ ਸਾਡਾ ਟਾਈਮ ਤਾਂ ਬਹੁਤ ਹੀ ਔਖਾ ਲੰਘਿਆ ਹੈ, ਪਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਕਤੀ ਦਿੱਤੀ ਤੇ ਇਹ ਟਾਈਮ ਅਸੀਂ ਬਾਣੀ ਦਾ ਓਟ ਆਸਰਾ ਲੈ ਕੇ ਅਸੀਂ ਟਾਈਮ ਇਹ ਲੰਘਾਇਆ। ਇੱਕ ਇੱਕ ਖਿਨ ਸਾਨੂੰ ਪਤਾ ਹੈ ਜੋ ਟਾਈਮ ਅਸੀਂ ਲੰਘਾਇਆ ਹੈ, ਕਿਸ ਤਰ੍ਹਾਂ ਸਾਡਾ ਇਹ ਟਾਈਮ ਬੀਤਿਆ ਹੈ। ਪਰ ਗੁਰੂ ਸਾਹਿਬ ਨੇ ਸਾਨੂੰ ਹਿੰਮਤ ਦਿੱਤੀ। ਸਾਡਾ ਇੱਕ ਭਰੋਸਾ ਸੀ ਕਿ ਗੁਰੂ ਸਾਹਿਬ ਜੀ ਹਮੇਸ਼ਾ ਨਿਆਂ ਕਰਦੇ ਨੇ, ਉਹਦੇ ਘਰ ਦੇਰ ਹੈ। ਤੇ ਹਮੇਸ਼ਾ ਸੱਚੇ ਪਾਤਸ਼ਾਹ ਨੇ ਇਹੀ ਭਰੋਸਾ ਲੈ ਕੇ ਅਸੀਂ ਬੈਠੇ ਰਹੇ ਕਿ ਸੱਚੇ ਪਾਤਸ਼ਾਹ ਨੇ ਆਪ ਕਿਰਪਾ ਕਰਨੀ ਹੈ। ਜਿਸ ਚੜ੍ਹਦੀ ਕਲਾ 'ਚ ਗਏ ਨੇ, ਚੜ੍ਹਦੀ ਕਲਾ ਵਿੱਚ ਹੀ ਇਹਨਾਂ ਨੇ ਆਉਣਾ ਹੈ। ਬਾਕੀ ਜੋ ਕੌਮ ਦੇ ਲਈ ਇਹਨਾਂ ਲਈ ਭਾਵਨਾ ਹੈਗੀ ਹੈ, ਇਹਨਾਂ ਦੇ ਮਨ ਦੇ ਵਿੱਚ, ਸਿੱਖ ਕੌਮ ਲਈ, ਤੇ ਸਾਡਾ ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ ਸਾਡੇ ਵਾਸਤੇ। ਇੱਕ ਆਪਣੇ ਹੱਕ ਦੀ ਜੋ ਲੜਾਈ ਹੈ, ਉਸ ਪਿੱਛੇ ਜੋ ਵੀ ਇਹਨਾਂ ਨੇ ਕਿਹਾ ਤੇ ਕਿਸਾਨਾਂ ਦੇ ਹੱਕ ਵਿੱਚ ਜੋ ਕੁਝ ਵੀ ਹੈ ਬੋਲੇ ਤੇ ਆਪਣੀ ਕੌਮ ਦੀ ਖਾਤਰ ਬੋਲੇ। ਤੇ ਸਾਡਾ ਤਾਂ ਕੋਈ ਵੀ ਕਿਸੇ ਨਾਲ ਵੈਰ ਨਹੀਂ। ਸਾਡੇ ਗੁਰੂ ਸਾਹਿਬ ਜੀ ਕਹਿੰਦੇ ਨੇ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮਕੋ ਬਨਿਆਈ। ਹਿੰਦੂ ਮੁਸਲਮਾਨ ਸਿੱਖ ਸਭ ਅਸੀਂ ਭਾਈ ਭਾਈ ਹਾਂ। ਕਿਸੇ ਸਰਕਾਰ ਨਾਲ, ਕਿਸੇ ਕੌਮ ਨਾਲ ਸਾਡਾ ਕੋਈ ਵੈਰ ਨਹੀਂ। ਅਕਸਰ ਜਦੋਂ ਇਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਹੈ ਤਾਂ ਬੰਦੇ ਦਾ ਰੱਬ ਤੋਂ ਵਿਸ਼ਵਾਸ ਉੱਠ ਜਾਂਦਾ ਵੀ ਮੈਂ ਜਦ ਕੁਝ ਗਲਤ ਨਹੀਂ ਕੀਤਾ ਤਾਂ ਰੱਬ ਨੇ ਮੈਨੂੰ ਹੀ ਕਿਉਂ ਚੁਣਿਆ, ਮੇਰੇ ਨਾਲ ਇਦਾਂ ਕਿਉਂ ਕੀਤਾ। ਕਦੀ ਉੱਦਾਂ ਦਾ ਖਿਆਲ ਤਾਂ ਨਹੀਂ ਆਇਆ ਵੀ ਰੱਬ ਤੋਂ ਵਿਸ਼ਵਾਸ ਉੱਠ ਗਿਆ ਹੋਵੇ, ਕਿਹਾ ਹੋਵੇ ਮੈਂ ਤੇਰੀ ਭਗਤੀ ਬੰਦ ਕਰਤੀ ਵੀ ਤੂੰ ਮੇਰੇ ਨਾਲ ਇਦਾਂ ਕੀਤਾ? ਨਹੀਂ, ਇਸ ਤਰ੍ਹਾਂ ਦਾ ਕਦੇ ਵੀ ਮਨ ਵਿੱਚ ਨਹੀਂ ਆਇਆ। ਹਮੇਸ਼ਾ ਗੁਰੂ ਸਾਹਿਬ ਤੇ ਭਰੋਸਾ ਹੀ ਸਾਡਾ ਬਣਿਆ ਰਿਹਾ ਕਿ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸੇਵਾ ਇਹਨਾਂ ਦੀ ਲਾਈ ਹੈ, ਇਹ ਕੋਈ ਪ੍ਰੀਖਿਆ ਦਾ ਟਾਈਮ ਹੈ, ਇਹ ਹੈ ਤਾਂ ਸਭ ਹੁਕਮ ਹੀ ਸੀ, ਸਭ ਹੁਕਮ ਦੀ ਖੇਡ ਹੈ। ਗੁਰੂ ਸਾਹਿਬ ਦੇ ਹੁਕਮ ਵਿੱਚ ਹੋਇਆ ਜੋ ਕੁਝ ਹੋਇਆ। ਪਰ ਇਹ ਹੈ ਵੀ ਸਾਨੂੰ ਭਰੋਸਾ ਸੀ ਸੱਚੇ ਪਾਤਸ਼ਾਹ ਨੇ ਆਪ ਹੀ ਮਿਹਰ ਕਰਨੀ ਹੈ ਤੇ ਇਹਨਾਂ ਨੂੰ ਸੁਖੀ ਸਾਂਦੀ ਗੁਰੂ ਸਾਹਿਬ ਜੀ ਘਰ ਲੈ ਕੇ ਆਏ ਨੇ। ਤੇ ਬਹੁਤ ਹੀ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਸਾਹਿਬ ਦਾ ਅਸੀਂ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਤੇ ਗੁਰੂ ਸਾਹਿਬ ਦਾ ਦੇਣ ਅਸੀਂ ਨਹੀਂ ਦੇ ਸਕਦੇ ਜਿਨ੍ਹਾਂ ਨੇ ਹਰ ਥਾਂ ਤੇ ਰਕਸ਼ਾ ਕੀਤੀ ਹੈ। ਸਾਡਾ ਇਹ ਭਰੋਸਾ ਸੀ ਕਿ ਸੱਚੇ ਪਾਤਸ਼ਾਹ ਨੇ ਹੱਥ ਦੇ ਕੇ ਉੱਥੇ ਇਹਨਾਂ ਨੂੰ ਰੱਖਣਾ ਹੈ, ਹੱਥ ਦੇ ਕੇ ਉਹਨਾਂ ਨੇ ਰੱਖਿਆ ਹੈ, ਅੰਗ ਸੰਗ ਹੋ ਕੇ ਉਹ ਸਹਾਈ ਹੋਏ ਨੇ ਤੇ ਅੱਜ ਇਹ ਸਾਡੇ ਸਾਹਮਣੇ ਬੈਠੇ ਨੇ ਘਰ ਵਿੱਚ, ਪਰਿਵਾਰ ਦੇ ਵਿੱਚ। ਸ਼ੁਕਰਾਨਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਸਭ ਤੋਂ ਵੱਧ ਗੁਰੂ ਸਾਹਿਬ ਤੋਂ ਅੱਗੇ ਗੁਰੂ ਸਾਹਿਬ ਜੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਪ੍ਰਧਾਨ ਸਾਹਿਬ, ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ, ਪ੍ਰਧਾਨ ਜੀ ਨੇ
ਜੋ ਵੀ ਸਿੱਖ ਰਿਹਾ ਹੋਏ ਨੇ, ਇਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਸੱਚੇ ਪਾਤਸ਼ਾਹ ਨੇ ਉਹਨਾਂ ਤੇ ਬੜੀ ਮਿਹਰ ਕੀਤੀ ਹੈ। ਗੁਰੂ ਸਾਹਿਬ ਨੇ ਰਾਹ ਬਣਾ ਦਿੱਤਾ ਸਿੱਖਾਂ ਨੂੰ। ਜੋ ਸਿੱਖ ਅੰਦਰ ਸੀ, ਗੁਰੂ ਸਾਹਿਬ ਨੇ ਸੇਵਾ ਉਹਨਾਂ ਤੋਂ ਲਈ। ਜਿਹੜੇ ਐਡਵੋਕੇਟਸ ਨੇ, ਹੈੱਡ ਗ੍ਰੰਥੀ ਸਾਹਿਬ ਜਿਹੜੇ ਆਪਣਾ ਉੱਥੇ ਰਣਜੀਤ ਸਿੰਘ ਜੀ ਨੇ, ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਨਿਭਾਈ। ਬਾਕੀ ਪਿੰਦਰਪਾਲ ਵੀਰ ਜੀ, ਸਾਡੇ ਨਿਮਾਣਾ ਵੀਰ ਜੀ, ਜਿਨ੍ਹਾਂ ਦੀ ਸੇਵਾਵਾਂ ਨੇ ਗੁਰੂ ਸਾਹਿਬ ਨੇ ਹੱਥ ਦੇ ਕੇ ਇਹਨਾਂ ਤੋਂ ਇਹ ਵੱਡੀ ਸੇਵਾ ਲਈ ਹੈ। ਅਸੀਂ ਗੁਰੂ ਸਾਹਿਬ ਨੂੰ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਜੀ ਜਿੰਨੇ ਵੀ ਐਡਵੋਕੇਟਸ ਨੇ ਸਾਡੇ, ਜਿਹੜੇ ਹੈਗੇ ਇੰਦਰਾਜੀਤ ਵੀਰ ਜੀ ਜਿਨ੍ਹਾਂ ਨੇ ਇਹਨਾਂ ਲਈ ਕੇਸ ਲੜਿਆ, ਚਰਨਜੀਤ ਸਿੰਘ ਜੀ, ਸੰਧੂ ਸਾਹਿਬ, ਰਵਿੰਦਰ ਮੈਮ, ਕਾਲੋ ਸਰ, ਜਿੰਨੇ ਵੀ ਉੱਥੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਜਿਨ੍ਹਾਂ ਨੇ ਨਿਸ਼ਕਾਮ ਹੋ ਕੇ ਸੇਵਾ ਕੀਤੀ ਹੈ, ਅੱਜ ਉਹਨਾਂ ਦੀ ਬਦੌਲਤ ਉਹਨਾਂ ਦੇ ਸਿਰ ਤੇ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਵਿੱਚ ਉਹਨਾਂ ਨੂੰ ਰੱਖਣ। ਸਾਡਾ ਰੋਮ ਰੋਮ ਧੰਨਵਾਦੀ ਹੈ। ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ, ਅੱਜ ਇਹ ਸਾਡੇ ਨਾਲ ਨੇ। ਇਸ ਤੋਂ ਵੱਧ ਅਸੀਂ ਹੋਰ ਸਾਡੇ ਕੋਲ ਬਚਨ ਹੀ ਨਹੀਂ। ਜੋ ਸ਼ੁਕਰਾਨਾ ਅਸੀਂ ਗੁਰੂ ਸਾਹਿਬ ਜੀ ਦਾ ਅਸੀਂ ਦੇਣ ਨਹੀਂ ਦੇ ਸਕਦੇ ਉਹਨਾਂ ਦਾ। ਸਾਨੂੰ ਪਤਾ ਹੈ ਜਿਸ ਤਰ੍ਹਾਂ ਅਸੀਂ ਇਹ ਟਾਈਮ ਲੰਘਾਇਆ, ਜਿਸ ਤਰ੍ਹਾਂ ਬੱਚਿਆਂ ਨੇ ਮਾਪਿਆਂ ਨੂੰ ਉਡੀਕ ਸੀ, ਮਾਤਾ ਜੀ ਪਿਤਾ ਜੀ ਨੂੰ ਉਡੀਕ ਸੀ ਸਾਡਾ ਪੁੱਤਰ ਘਰ ਆਵੇ, ਬੱਚਿਆਂ ਨੂੰ ਉਡੀਕ ਸੀ ਸਾਡੇ ਪਿਤਾ ਜੀ ਘਰ ਆਣ, ਤੇ ਸੱਚੇ ਪਾਤਸ਼ਾਹ ਨੇ ਸਾਡੀ ਅਰਦਾਸ ਸੁਣੀ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹਨਾਂ ਤੇ। ਗੁਰੂ ਸਾਹਿਬ ਜੀ ਨੇ ਹਾਜ਼ਰ ਨਾਜ਼ਰ ਨੇ ਔਰ ਵਿਸ਼ਵਾਸ ਸਾਡਾ ਨਹੀਂ ਡੋਲਿਆ। ਜੋ ਵਿਸ਼ਵਾਸ ਸੀ ਉਹ ਸਤਿਗੁਰੂ ਜੀ ਨੇ ਸਾਡੀ ਲਾਜ ਰੱਖੀ। ਗੁਰੂ ਸਾਹਿਬ ਜੀ ਨੇ ਸਿਰਸਾ ਜੀ ਨੂੰ, ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਅੱਗੇ ਕੀਤਾ। ਤੇ ਜੋ ਸੇਵਾਵਾਂ ਸਾਡੀ ਜਿੰਨੇ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਮੈਂਬਰ ਨੇ, ਜਿਹੜੇ ਵੀ ਇਹਨਾਂ ਸੇਵਾਵਾਂ ਵਿੱਚ ਲੱਗੇ ਹੋਏ ਨੇ, ਜਿਨ੍ਹਾਂ ਨੇ ਸਿੱਖਾਂ ਨੂੰ ਰਿਹਾਈਆਂ ਬਖਸ਼ੀਆਂ, ਇਹ ਉਹਨਾਂ ਦੀ ਸੇਵਾ ਹੈ। ਅਸੀਂ ਰੋਮ ਰੋਮ ਧੰਨਵਾਦੀ ਹੈਗੇ ਹਾਂ, ਰੋਮ ਰੋਮ ਧੰਨਵਾਦੀ ਹਾਂ ਗੁਰੂ ਸਾਹਿਬ ਦੇ। ਗੁਰੂ ਸਾਹਿਬ ਜੀ ਇਹਨਾਂ ਸਭ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਸਾਡੇ ਗਿਆਨੀ ਜੀ, ਗਿਆਨੀ ਇਕਬਾਲ ਸਿੰਘ ਜੀ, ਗੁਰੂ ਮਹਾਰਾਜ ਜੀ ਪੰਥ ਕੌਮ ਦੀ ਸੇਵਾ ਇਹਨਾਂ ਨੂੰ ਬਖਸ਼ਣ ਤੇ ਹਮੇਸ਼ਾ ਇਹ ਕੌਮ ਦੀ ਸੇਵਾ ਕਰਦੇ ਰਹਿਣ। ਸੱਚੇ ਪਾਤਸ਼ਾਹ ਨੂੰ ਸਾਡੀ ਇਹੀ ਅਰਦਾਸ ਹੈ। ਰੋਮ ਰੋਮ ਧੰਨਵਾਦੀ ਹੈਗੇ ਹਾਂ। ਬੇਟਾ, ਜਦੋਂ ਤੁਹਾਡੇ ਪਾਪਾ ਉੱਥੇ ਸੀਗੇ ਤੁਹਾਨੂੰ ਯਾਦ ਆਉਂਦੀ ਸੀਗੀ, ਗੱਲ ਕਦੀ ਹੋਈ ਸੀਗੀ ਉੱਥੇ? ਇੱਕ ਦੋ ਵਾਰੀ ਗੱਲ ਹੋਈ ਸੀ, ਬਾਕੀ ਯਾਦ ਤਾਂ, ਪਰ ਸਾਨੂੰ ਪਤਾ ਸੀ ਕਿ ਪਾਪਾ ਚੜ੍ਹਦੀ ਕਲਾ 'ਚ ਹੀ ਹੋਣਗੇ, ਪਰ ਯਾਦ ਤਾਂ ਪਾਪਾ। ਜੇ ਬਹੁਤ ਛੋਟੇ ਹੋ, ਪਰ ਤੁਹਾਨੂੰ ਥੋੜਾ ਬਹੁਤਾ ਵੀ ਅੰਦਾਜ਼ਾ ਹੈ ਕਿ ਜੇ ਪਾਪਾ ਤੁਹਾਡੇ ਜੇਲ੍ਹ ਗਏ ਨੇ ਤਾਂ ਕੌਮ ਦੇ ਵਿੱਚ ਕਿੰਨਾ ਕੁ ਉਹਨਾਂ ਲਈ ਮਾਣ ਬਖਸ਼ਿਆ ਕੌਮ ਨੇ? ਕਿ ਤੁਹਾਨੂੰ ਥੋੜਾ ਜਿਹਾ ਵੀ ਅੰਦਾਜ਼ਾ ਹੈ ਕਿ ਕੌਮ ਦੇ ਲਈ ਉਹ ਕੀ ਬਣ ਚੁੱਕੇ ਨੇ? ਹਾਂਜੀ, ਕਾਫੀ ਮਤਲਬ ਕੌਮ ਲਈ ਨਾਮ ਆਏਗਾ ਪਾਪਾ ਦਾ। ਚੜ੍ਹਦੀ ਕਲਾ, ਬਸ ਚੜ੍ਹਦੀ ਕਲਾ 'ਚ ਹੀ ਰਹੇ ਨੇ। ਕਿਉਂਕਿ ਅਕਸਰ ਲੋਕ ਕਹਿ ਦੇਣਗੇ ਵੀ ਤੁਹਾਡੇ ਪਾਪਾ ਜੇਲ੍ਹ ਗਏ ਹੋਏ ਨੇ, ਪਰ ਕਿਉਂ ਗਏ ਹੋਏ ਨੇ ਉਹ ਬਹੁਤ ਮਾਣ ਵਾਲੀ ਗੱਲ ਹੈ। ਕਦੀ ਉਸ ਤੇ ਉਹ ਤਾਂ ਨਹੀਂ ਹੋਏਗੀ? ਹਾਂਜੀ ਹਾਂਜੀ, ਸਾਨੂੰ ਵੀ ਮਾਣ ਨਹੀਂ ਸੀ ਆਪਣੇ ਪਾਪਾ ਤੇ, ਬਾਕੀ ਪਤਾ ਸੀ ਕਿ ਗੁਰੂ ਸਾਹਿਬ ਨੇ ਬਾਹਰ ਵੀ ਕੱਢਣਾ ਹੀ ਹੈ, ਤਾਂ ਵਿਸ਼ਵਾਸ ਸੀ। ਤਾਂ ਇਹਨਾਂ ਦੇ ਮਾਤਾ ਪਿਤਾ ਵੀ ਹੈਗੇ ਨੇ। ਮਾਤਾ ਜੀ, ਪੁੱਤ ਨੂੰ ਹੁਣ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ? ਅੱਖੀਆਂ ਉਡੀਕ ਰਹੀਆਂ ਹੋਣੀਆਂ ਨੇ ਤੁਹਾਨੂੰ ਵੀ ਦੇਖਣ ਦੇ ਲਈ ਵੀ ਇੱਕ ਵਾਰੀ ਪੁੱਤ ਦਾ ਦਰਸ਼ਨ। ਇਹ ਵੀ ਸਾਡੇ ਬੱਚੇ ਨੇ, ਇਹ ਵੀ ਬੱਚੇ ਨੇ ਜਿਨ੍ਹਾਂ ਨੇ ਲੈ ਕੇ ਆਏ ਨੇ। ਇਹਨਾਂ ਦਾ ਬਹੁਤ ਧੰਨਵਾਦ। ਗੁਰੂ ਸਾਹਿਬ ਦਾ ਸ਼ੁਕਰਾਨਾ। ਕਿੰਨੀ ਆਸ ਹੁੰਦੀ ਬੱਚੇ ਨੂੰ। ਇਹ ਫਿਰ ਵਕਤ ਆਉਣੇ ਸੀ, ਆ ਗਿਆ ਨਹੀਂ, ਕੋਈ ਗੱਲ ਨਹੀਂ। ਕਿਸ ਤਰ੍ਹਾਂ ਮਤਲਬ ਮਾਂ ਆਪਣੇ ਪੁੱਤ ਨੂੰ ਆਪਣੀ ਅੱਖਾਂ ਤੋਂ ਦੂਰ ਨਹੀਂ ਹੋਣ ਦਿੰਦੀ ਤੇ ਤੁਹਾਡਾ ਪੁੱਤ ਇੰਨਾ ਕੁਝ ਸਹਿ ਕੇ ਆਇਆ? ਇਹ ਉਹਦੀ ਕਿਰਪਾ ਹੋਈ ਹੈ ਕਿ ਇਹ ਸ਼ਹਿਰ, ਉਹਦੀ ਕਿਰਪਾ ਤੋਂ ਬਿਨਾਂ ਤਾਂ ਕੁਛ ਨਹੀਂ ਹੋ ਸਕਦਾ, ਪਤਾ ਵੀ ਨਹੀਂ ਹੋ ਸਕਦਾ। ਬਾਪੂ ਜੀ, ਮਾਣ ਹੈਗਾ ਆਪਣੇ ਪੁੱਤ ਤੇ? ਬਹੁਤ ਮਾਣ ਹੈ ਜੀ, ਮਾਣ ਬਹੁਤ ਹੈਗਾ। ਜਦੋਂ ਇਹ ਛੋਟੇ ਹੁੰਦੇ ਹੋਣਗੇ ਬਚਪਨ ਦੇ ਵਿੱਚ ਕਦੀ ਲੱਗਦਾ ਸੀਗਾ ਕਿ ਕਦੀ ਇਸ ਪ੍ਰਾਪਤੀ ਵੀ ਕੋਈ ਇਦਾਂ ਦੀ ਹਾਸਲ ਹੋਊ? ਨਹੀਂ, ਕੋਈ ਪ੍ਰਾਪਤੀ ਬਾਬੇ ਦੀ ਮਿਹਰ ਹੈ। ਇਹ ਵੀ ਸਾਡੇ ਗੋਦੀ ਹੱਥਾਂ ਨਹੀਂ ਦੀ ਸੀ ਨਿਕਲਦਾ, 5 ਸਾਲਾਂ ਦਾ ਹੋ ਗਿਆ, ਤਦ ਨਹੀਂ ਸੀ। ਸਾਡੇ ਕੋਲ ਹੀ ਰਹਿੰਦੇ ਮੇਰੇ ਸੀ। ਭੈਣ ਰਹਿੰਦੀ ਸੀ 14 ਫਰੀਦਕੋਟ, ਕੁ ਉਹਨੇ ਚਿੱਠੀਆਂ ਪਾਣੀਆਂ ਮੈਨੂੰ, ਕਹਿੰਦੀ ਇਹ ਮੇਰੇ ਤਾਂ ਇੱਕ ਖੇਡਦਾ ਹੈ ਹੁਣ ਹੈ। ਮੈਂ ਕਿਹਾ ਹੁਣ ਵੀ ਅਰੇ ਇਹਨੂੰ ਚੁੱਕ ਕੇ ਕਈ ਵਾਰ ਮੈਂ ਕੰਮ ਕਰ ਲੈਣਾ। ਇਹਦਾ ਨਾਂ ਵੀ ਇਕਬਾਲ ਤੇ ਹੋਇਆ ਵੀ ਅੰਮ੍ਰਿਤ ਵੇਲੇ, ਤੇ ਇੰਨੀਆਂ ਖੁਸ਼ੀਆਂ ਆਈਆਂ ਨਾ ਇਹਨੇ ਹੋਣ ਤੇ। ਇਹਦੀ ਭੂਆ ਕਹਿੰਦੀ ਅਸੀਂ ਤਾਂ ਚੂੜੀਆਂ ਵੰਡਣੀਆਂ। ਮੈਂ ਕਿਹਾ ਵੀ ਜਿਹਨੂੰ ਮਰਜ਼ੀ ਚੂੜੀਆਂ ਖਾਓ, ਜੋ ਮਰਜ਼ੀ ਖਾਓ। ਅੱਜ ਰੱਬ ਨੇ ਖੁਸ਼ੀਆਂ ਦਿੱਤੀਆਂ ਨੇ, ਤੇ ਰੱਬ ਨੇ ਦੋ ਕੁੜੀਆਂ 2 ਮੁੰਡੇ ਦਿੱਤੇ ਨੇ।
ਤੇ ਬਹੁਤ ਕੁਛ ਦਿੱਤਾ ਹੈ, ਕਿਸੇ ਚੀਜ਼ ਦੀ ਕਮੀ ਕੋਈ ਨਹੀਂ ਆਈ। ਇਹ ਚਲਾ ਗਿਆ ਨਾ ਤੇ ਕਿਸੇ ਚੀਜ਼ ਦੀ ਕਮੀ ਨਹੀਂ ਆਈ, ਇਹਦੀ ਕਮੀ ਪਿੱਛੇ ਮਨ ਭਰ ਜਾਂਦਾ ਸੀ। ਸ਼ੁਕਰ ਕੀਤਾ ਆਇਆ ਤੇ ਇਹ ਪਰਿਵਾਰ ਸਾਰਾ ਇਕੱਠਾ ਹੋਇਆ ਹੈ ਤੇ ਇਹਨੂੰ ਪਿਆਰ ਹੈ। ਵਾਹਿਗੁਰੂ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ। ਮੈਂ ਇੱਕ ਪਹਿਲਾਂ ਬੇਨਤੀ ਕਰਾਂ, ਜਿੱਥੇ ਮੈਂ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਦਾ ਵਾਂ, ਉੱਥੇ ਨਾਲ ਹੀ ਗੁਰਦੁਆਰਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ, ਉਹਨਾਂ ਦੀ ਸਮੁੱਚੀ ਟੀਮ ਦਾ ਤੇ ਜਿਹੜੀ ਐਡਵੋਕੇਟ ਟੀਮ ਹੈ, ਜਿਹੜੀ ਉਹਨਾਂ ਦੀ ਵਕੀਲਾਂ ਦੀ ਟੀਮ ਹੈ, ਉਹਨਾਂ ਦੇ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਤੇ ਅਤੀ ਸਤਿਕਾਰਯੋਗ ਵੱਡੇ ਵੀਰ ਗਿਆਨੀ ਪਿੰਦਰਪਾਲ ਸਿੰਘ ਜੀ, ਵੱਡੇ ਭਰਾ ਮੇਰੇ ਸਰਦਾਰ ਤਰਨਜੀਤ ਸਿੰਘ ਨਿਮਾਣਾ ਜਥੇਦਾਰ ਜੀ, ਭਾਈ ਕਨ੍ਹਈਆ ਜੀ ਮਿਸ਼ਨ ਵਾਲੇ, ਇਹਨਾਂ ਦੇ ਬਹੁਤ ਬਹੁਤ ਧੰਨਵਾਦ। ਸਾਰੇ ਸੰਗਤ ਦਾ, ਬਾਕੀ ਸਮੂਹ ਸੰਗਤ ਦਾ, ਮੇਰੇ ਹਿੰਦੂ ਭਰਾਵਾਂ ਦਾ ਜਿਹੜੇ ਮੰਦਿਰ ਜਾ ਕੇ ਪ੍ਰਾਰਥਨਾ ਕਰਦੇ ਰਹੇ ਨੇ, ਮੇਰੇ ਸਿੱਖ ਭਰਾ ਜਿਹੜੇ ਗੁਰਦੁਆਰੇ ਜਾ ਕੇ ਅਰਦਾਸਾਂ ਕਰਦੇ ਰਹੇ ਨੇ, ਤੇ ਮੇਰੇ ਮੁਸਲਮਾਨ ਭਰਾ ਜਿਹੜੇ ਮਸੀਤ ਜਾ ਕੇ ਦੁਆਵਾਂ ਹਰ ਥਾਂ ਤੇ ਦੁਆਵਾਂ ਕੀਤੀਆਂ, ਤੇ ਈਸਾਈ ਭਰਾ ਮੈਨੂੰ ਉੱਥੇ ਮਿਲਦੇ ਰਹੇ ਜੇਲ੍ਹ 'ਚ, ਉਹ ਵੀ ਕਹਿੰਦੇ ਸੀ ਪ੍ਰੇਅਰ ਕਰਦੇ ਆ ਤੁਹਾਡੀ ਜਲਦੀ ਜਲਦੀ ਰਿਹਾਈ ਹੋਵੇ ਜੀ। ਸਾਰੇ, ਕਿਉਂਕਿ ਆਪਾਂ ਸਾਰੇ ਭਰਾ ਹੀ ਹੈਗੇ ਜੀ। ਸਾਡੇ ਮਾਤਾ ਪਿਤਾ ਇੱਕੋ ਹੀ ਨੇ, ਉਹ ਮਾਤਾ ਪਿਤਾ ਵਾਹਿਗੁਰੂ ਪਰਮੇਸ਼ਰ, ਉਹਨੂੰ ਗੋਡ ਕਹ ਲੋ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਨੇਰੇ। ਉਹਦੀ ਕਿਰਪਾ ਬਾਤ ਇਹ ਹੋਵੇ ਕਿ ਜਿਹੜੀ ਇਹ ਸਰਕਾਰ ਦੀ ਨੀਤੀ ਹੈ ਨਾ, ਸਾਡਾ ਸਰਕਾਰ ਨਾਲ ਕੋਈ ਵੈਰ ਨਹੀਂ, ਕਿਸੇ ਨਾਲ ਕੋਈ ਵੈਰ ਨਹੀਂ, ਕਿਉਂਕਿ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭਨਾ ਕੇ ਸਾਜਨ। ਅਸੀਂ ਸੱਜਣ ਆ, ਉਹ ਵੀ ਸਾਡੇ ਸੱਜਣ ਨੇ, ਪਰ ਜਿਹੜੀ ਉਹਨਾਂ 'ਚ ਜਿਹੜੀ ਨੀਤੀ ਹੈਗੀ ਨਾ, ਜ਼ੁਲਮ ਵਾਲੀ ਨੀਤੀ, ਜਬਰ ਵਾਲੀ ਨੀਤੀ, ਉਹ ਨੀਤੀ ਦਾ ਅਸੀਂ ਵਿਰੋਧ ਸਦਾ ਕਰਦੇ ਹਾਂ। ਸਾਡੇ ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ, ਅਸੀਂ ਇਹਨਾਂ ਵਰਗੇ ਜਿਹੜੇ ਜ਼ੁਲਮ ਕਰਦੇ ਇਹਨਾਂ ਨੂੰ ਜ਼ਾਬਰ ਨੂੰ ਜ਼ਾਬਰ ਕਹਿਣਾ ਸਾਡਾ ਹੱਕ ਹੈ। ਅਸੀਂ ਜ਼ਾਬਰ ਨੂੰ ਜ਼ਾਬਰ ਕਹਿਣ ਵਾਸਤੇ ਉੱਥੇ ਲਾਲ ਕਿਲੇ ਪਹੁੰਚੇ ਸੀਗੇ, ਤੇ ਉੱਥੇ ਜਿਹੜਾ ਨਿਸ਼ਾਨ ਸਾਹਿਬ ਚੱਲਿਆ ਨਾ ਜੀ, ਉਹ ਵੀ ਇਹ ਕਹਿ ਰਿਹਾ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਉੱਥੇ ਕਿਸਾਨਾਂ ਦਾ ਝੰਡਾ ਵੀ ਝੂਲਿਆ ਜੀ, ਉੱਥੇ ਤਿਰੰਗਾ ਵੀ ਝੂਲਦਾ ਗਿਆ, ਕਿਉਂਕਿ ਤਿਰੰਗੇ ਲਈ, ਦੇਸ਼ ਲਈ ਸਾਡੇ ਬਜ਼ੁਰਗਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ। ਮੇਰੇ ਪਿਤਾ ਜੀ ਆਪ ਉਸ ਵਿੱਚ ਜਦੋਂ ਆਜ਼ਾਦੀ ਦੀ ਲਹਿਰ ਚਲੀ ਉਦੋਂ ਹਿੱਸਾ ਲਿਆ ਵੀ ਸਾਰਿਆਂ ਨੇ, ਸਾਡੇ ਦਾਦਾ ਜੀ ਸਾਰੇ ਹਿੱਸਾ ਲੈਂਦੇ ਰਹੇ, ਦੇਸ਼ ਨੂੰ ਆਜ਼ਾਦ ਕਰਾਇਆ ਜੀ। ਵੱਡੀਆਂ ਕੁਰਬਾਨੀਆਂ ਉਦੋਂ ਵੀ ਹੋਈਆਂ ਨੇ, ਤੇ ਹੁਣ ਅਸੀਂ ਤਾਂ, ਸਾਡਾ ਕੰਮ ਹੀ ਕੁਰਬਾਨੀਆਂ ਦਾ ਜੀ। ਤੇ ਇਹ ਛੋਟੀ ਕੁਰਬਾਨੀ ਜਿਹੜੀ ਗੁਰਸਾਹਿਬ ਨੇ ਸੇਵਾ ਲਈ ਹੈ, 2.5 ਮਹੀਨੇ ਜੇਲ੍ਹ ਚਲੀ, ਤੇ ਠੀਕ ਹੈ, ਇਹ ਸੇਵਾ ਸਦਾ ਸਾਡੇ ਕੋਲ ਲੈਂਦੇ ਰਹਿਣ ਤੇ ਚੜ੍ਹਦੀ ਕਲਾ 'ਚ ਰਹੀਏ, ਚੜ੍ਹਦੀ ਕਲਾ 'ਚ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬ ਦਾ ਭਲਾ। ਇਹ ਸਾਡੀ ਇਹੀ ਬੇਨਤੀ ਹੈ ਸਰਕਾਰ ਦੇ ਅੱਗੇ ਹੱਥ ਜੋੜ ਕੇ, ਪਿਆਰ ਨਾਲ, ਸਤਿਕਾਰ ਨਾਲ ਅਸੀਂ ਇਹੀ ਬੇਨਤੀ ਕਰਦੇ ਹਾਂ, ਭਾਈ ਜ਼ੁਲਮ ਦੀ ਨੀਤੀ ਛੱਡ ਦਿਓ, ਇਹ ਜ਼ਬਰ ਦੀ ਨੀਤੀ, ਧੱਕੇ ਦੀ ਨੀਤੀ, ਮਾਰੂ ਨੀਤੀ, ਧਰਮ ਦੇ ਨਾਮ ਤੇ ਲੜਾਊ ਮਾਰੂ ਨੀਤੀ ਛੱਡ ਦਿਓ। ਧਰਮ ਦੇ ਨਾਮ ਤੇ ਤੁਸੀਂ ਲੜਾ ਵੀ ਰਹੇ ਹੋ, ਤੇ ਹੁਣ ਜਿੱਦਾਂ ਹੁਣ ਭੰਡਦੇ ਹੋ, ਖਾਲਿਸਤਾਨ ਕਹਿ ਕੇ ਭੰਡਦੇ ਹੋ ਨਾ। ਭਾਈ ਅਸੀਂ ਕੋਈ ਵੱਖਰਾ ਦੇਸ਼ ਨਹੀਂ ਮੰਗਦੇ, ਸਾਡਾ ਇਹ ਆਪਣਾ ਦੇਸ਼ ਹੈ। ਸਾਡਾ ਪਟਨਾ ਸਾਹਿਬ ਦੇਖੋ ਬਿਹਾਰ ਹੈ ਜੀ, ਹਜੂਰ ਸਾਹਿਬ ਮਹਾਰਾਸ਼ਟਰ ਦੀ ਧਰਤੀ ਦੇ, ਅਸੀਂ ਪੰਜਾਂ ਤੱਕ ਤਾਂ ਥੋੜ੍ਹੀ ਚੜ੍ਹਨਾ ਹੈ। ਤੇ ਪਾਕਿਸਤਾਨ ਸਾਡਾ ਜ਼ਿਲ੍ਹਾ ਸ਼ੇਖੂਪੁਰਾ ਨਨਕਾਣਾ ਸਾਹਿਬ, ਉਹ ਵੀ ਸਾਡਾ ਆਪਣਾ ਦੇਸ਼ ਹੈ। ਕੈਨੇਡਾ 'ਚ ਸਾਡੇ ਝੰਡੇ ਝੁਲਦੇ, ਸਾਰੇ ਵਰਲਡ 'ਚ। ਮਿਸਟਰ ਟਰੰਪ ਨੇ ਇਹ ਗੱਲ ਕਹੀ ਹੈ, ਸਾਰੇ ਦੇਸ਼ਾਂ ਵਿੱਚ ਗੁਰਦੁਆਰੇ ਹੋਣੇ ਚਾਹੀਦੇ ਨੇ, ਸਿੱਖ ਹੋਣੇ ਚਾਹੀਦੇ, ਤੇ ਨਿਸ਼ਾਨ ਸਾਹਿਬ ਝੂਲਦੇ ਰਹਿਣੇ ਚਾਹੀਦੇ, ਕਿਉਂਕਿ ਨਿਸ਼ਾਨ ਸਾਹਿਬ ਦੀ ਥਾਂ ਤੇ ਹੀ ਜਿਹੜੀ ਹੁਣ ਵੀ ਮਹਾਮਾਰੀ ਚੱਲਦੀ, ਕਰੋਨਾ ਮਹਾਮਾਰੀ, ਇੱਥੇ ਕੌਣ ਅੱਗੇ ਹੈਗਾ? ਇੱਥੇ ਗੁਰੂ ਨਾਨਕ ਪਾਤਸ਼ਾਹ ਨੇ ਅੱਗੇ ਆਉਣਾ, ਇੱਥੇ ਖਾਲਸਾ ਐਡ ਵਾਲੇ ਵੀਰ ਅੱਗੇ ਆਣਗੇ। ਉਹ ਲੰਗਰ ਚੱਲੇ ਨੇ, ਕਿਉਂਕਿ ਭੁੱਖੇ ਨੂੰ ਤਾਂ ਪਹਿਲਾਂ ਪ੍ਰਸ਼ਾਦਾ ਚਾਹੀਦਾ ਜੀ, ਪਹਿਲੇ ਪੇਟ ਪੂਜਾ ਬਾਅਦ ਵਿੱਚ ਕਾਮ ਦੂਜਾ, ਤੇ ਉਹ ਪ੍ਰਸ਼ਾਦਾ ਗੁਰੂ ਨਾਨਕ ਸਾਹਿਬ ਦਾ ਲੰਗਰ ਚੱਲਦਾ ਜੀ ਹਰ ਥਾਂ ਤੇ। ਹੁਣ ਸ਼੍ਰੀ ਹਰਿਮੰਦਰ ਸਾਹਿਬ ਦੇਖ ਲਓ, ਲੱਖਾਂ ਲੋਕ ਆ ਕੇ ਉੱਥੇ ਕੋਈ ਪੁੱਛਦੇ ਨੇ, ਤੂੰ ਮੁਸਲਮਾਨ ਤੈਨੂੰ ਪ੍ਰਸ਼ਾਦਾ ਨਹੀਂ ਛਕਾਣਾ? ਉੱਥੇ ਪੁੱਛ ਜਾਂਦਾ ਵੀ ਤੂੰ ਈਸਾਈ ਤੈਨੂੰ ਇੱਥੇ ਮਿਲੇਗਾ? ਇਹ ਤਾਂ ਸਭ ਨੂੰ ਖੁੱਲੇ ਖਾਵੇਂ ਖਰਚਾ, ਰਲ ਮਿਲ ਭਾਈ ਭਰਾ ਬਣ ਕੇ, ਹਿੰਦੂ ਵੀ ਭਰਾ, ਮੁਸਲਮਾਨ ਵੀ ਭਰਾ, ਤੇ ਮੋਦੀ ਸਾਡਾ ਭਰਾ ਹੀ ਹੈ, ਵੱਡਾ ਭਰਾ ਹੈ। ਪਰ ਉਹਨੂੰ ਇਹੀ ਬੇਨਤੀ ਕਰਾਂਗੇ, ਭਾਈ ਤੂੰ ਨੀਤੀ ਛੱਡ ਦੇ, ਧੋਖੇ ਜੁਮਲੇਬਾਜ਼ੀਆਂ ਛੱਡ ਦੇ। ਲੈ ਵੀ 15 ਲੱਖ ਰੁਪਏ ਦਵਾਂਗਾ, ਮੇਰਾ ਕੰਮ ਨਹੀਂ ਪਸੰਦ ਹੈਗਾ, ਤੇ ਧੱਕਾ ਮਾਰ ਕੇ ਝੂਠ ਬੋਲਣਾ ਛੱਡ ਦਿਓ ਜੀ। ਧਰਮ ਦੇ ਨਾਮ ਤੇ ਲੜਾਓ ਨਾ, ਧਰਮ ਦੇ ਨਾਮ ਤੇ ਲੜਾਊ ਮਾਰੂ ਨੀਤੀ, ਦੇਸ਼ ਉਸਾਰੂ ਨੀਤੀ ਅਪਣਾਓ। ਗਰੀਬ ਮਾਰੂ, ਇਹਨਾਂ ਨਾਲ ਤੇਲ ਮਹਿੰਗਾ ਕਰਦੇ ਪਿਓ, ਗਰੀਬਾਂ ਨੂੰ ਮਾਰਦੇ ਪਿਓ, ਇੰਨੀਆਂ ਸਾਰਾ ਮਹਿੰਗਾਈ ਦੇਖੋ ਕਿੰਨੀ, ਫਿਰ ਬੇਰੋਜ਼ਗਾਰੀ। ਤੁਸੀਂ ਦੇਸ਼ ਦੀ ਤਰੱਕੀ ਵਾਸਤੇ ਸੋਚੋ, ਉਸਾਰੀ ਨੀਤੀ ਅਪਣਾਓ, ਉਸਾਰੂ ਨੀਤੀ, ਉਸਾਰੂ ਦੇਸ਼ ਦੀ ਉਸਾਰੀ ਕਰੋ। ਢਾਓ ਨਾ, ਢਹਿਣ ਦੀ ਕਲੇ 'ਚ ਨਾ ਲੱਗੇ, ਚੜ੍ਹਦੀ ਕਲੇ 'ਚ ਆਪ ਰਹੋ, ਸਾਨੂੰ ਵੀ ਚੜ੍ਹਦੀ ਕਲੇ 'ਚ ਰਹਿਣ ਦਿਓ। ਬਸ ਜ਼ਬਰ ਜ਼ੁਲਮ ਦੇ ਵਿਰੁੱਧ ਅਸੀਂ ਜੂਝਾਂਗੇ ਤੇ ਅੰਤਲੇ ਸਵਾਸਾਂ ਤੱਕ ਜੂਝਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਾਣਾ ਜੀ, ਤੁਹਾਡਾ ਕਾਫੀ ਯੋਗਦਾਨ ਕਹਿ ਰਹੇ ਨੇ ਕਿ ਹੈਗਾ, ਕਿਸ ਤਰ੍ਹਾਂ ਮਤਲਬ ਇਹਨਾਂ ਦੀ ਜ਼ਮਾਨਤ ਹੋਈ, ਮੁਸ਼ਕਿਲਾਂ ਕੀ ਆ ਰਹੀਆਂ ਸੀਗੀਆਂ? ਕਿਉਂਕਿ ਬਹੁਤ ਨੌਜਵਾਨ ਪਹਿਲਾਂ ਹੀ ਛੁੱਟ ਚੁੱਕੇ, ਬੜੀ ਲੇਟ ਰਿਹਾਈ ਹੋਈ ਹੈ ਨਾ। ਲੇਟ ਰਿਹਾਈ ਹੋਣ ਦਾ ਕਾਰਨ ਸੀ 23 ਇਹਨਾਂ ਦੀ 22 ਤਰੀਕ ਨੂੰ ਰਾਤ ਨੂੰ ਜ਼ਮਾਨਤ ਮਨਜ਼ੂਰ ਹੋ ਜਾਂਦੀ ਆ,
ਤੇ ਸਾਨੂੰ 23 ਤਰੀਕ ਸਵੇਰੇ ਪਤਾ ਲੱਗਦਾ। ਸੋ ਮੈਂ ਧੰਨਵਾਦ ਕਰਾਂਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਸਾਹਿਬ ਦਾ ਤੇ ਉਹਨਾਂ ਸਮੁੱਚੀ ਕਮੇਟੀ ਦਾ, ਤੇ ਜਿਨ੍ਹਾਂ ਨੇ ਇਸ ਰਿਹਾਈ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ। ਤੇ ਉਹਨਾਂ ਨੇ ਮੈਨੂੰ ਫੋਨ ਆਇਆ ਸਵੇਰੇ ਕਿ ਭਾਈ ਸਾਹਿਬ ਰਿਹਾਈ ਹੋ ਗਈ, ਆ ਜਾਓ। ਤੇ ਉਸ ਦੌਰਾਨ ਮੇਰੇ ਕੋਲੇ ਪਰਿਵਾਰ ਦਾ ਸੰਪਰਕ ਨੰਬਰ ਨਹੀਂ ਸੀਗਾ, ਨੰਬਰ ਪੁਰਾਣੇ ਸਾਰੇ ਬੰਦ ਆ ਰਹੇ ਸੀਗੇ। ਤੇ ਮੇਰਾ ਬਚਪਨ ਤੋਂ ਇਹਨਾਂ ਮਾਤਾ ਪਿਤਾ ਹੱਥਾਂ ਖੇਡਿਆ, ਮੈਂ ਆਪ ਇਕੱਠੇ ਰਹੇ ਹਾਂ ਅਸੀਂ, ਤੇ ਐਡਰੈਸ ਮੈਨੂੰ ਪਤਾ ਨਹੀਂ ਸੀਗਾ। ਤੇ ਜਿਸ ਕਰਕੇ ਫਿਰ ਮੈਂ ਇਕੱਲੇ ਹੀ ਦਿੱਲੀ ਚਲੇ ਗਿਆ ਲੈਣ ਵਾਸਤੇ ਭਾਈ ਸਾਹਿਬ ਨੂੰ। ਉੱਥੇ ਕਾਗਜ਼ੀ ਕਾਰਵਾਈ ਦੇ ਵਿੱਚ ਕੋਈ ਕਮੀਆਂ ਸੀਗੀਆਂ, ਕੋਈ ਲੋਕਡਾਊਨ ਚੱਲਦਾ ਸੀਗਾ, ਕੋਈ ਜ਼ਮਾਨਤ 'ਚ ਬੌਂਡ ਵੀ ਭਰਨਾ ਸੀਗਾ। ਸਰ ਫਿਰ ਬੇਨਤੀ ਕੀਤੀ ਸੀ ਸਾਹਿਬ, ਉਹਨਾਂ ਨੇ ਸਾਰਾ ਕੁਝ ਕੀਤਾ। ਵਿੱਚ ਸੈਚਰਡੇ ਆ ਗਿਆ। ਸੈਚਰਡੇ ਨੂੰ ਅਸੀਂ ਜਦੋਂ ਕੋਰਟ 'ਚ ਜਾਂਦੇ ਹਾਂ ਤੇ ਜਿਹੜੀ ਡਿਊਟੀ ਮੈਜਿਸਟਰੇਟ ਸੀਗੇ ਉਹਨੇ ਆਪਣੀ ਪਾਵਰ ਨੂੰ ਯੂਜ਼ ਨਹੀਂ ਕੀਤਾ, ਜਦ ਕਿ ਸਾਡੇ ਕੋਲ ਡਾਕੂਮੈਂਟਸ ਪੂਰੇ ਸੀਗੇ। ਕਿ ਜਿਹੜੀ ਐਫਡੀ ਸੀ ਉਹ 'ਤੇ ਓਬਜੈਕਸ਼ਨ ਲਗਾਤਾ ਕਿ ਵੀ ਇਹ ਐਫਡੀ ਨਹੀਂ ਚੱਲਣੀ। ਫਿਰ ਦੂਜਾ ਕਹਿਤਾ ਕਿ ਸਾਨੂੰ ਇੱਕ ਦਿੱਲੀ ਦਾ ਹੀ ਸਾਨੂੰ ਜਿਹੜਾ ਹੈਗਾ ਜ਼ਮਾਨਤੀਆ ਚਾਹੀਦਾ। ਫਿਰ ਉਹਦੇ ਵਿੱਚ ਹੁਣ ਇੱਕ ਲੋਕਡਾਊਨ, ਇੱਕ ਕਰਫਿਊ, ਇੱਕ ਸੈਚਰਡੇ ਸੰਡੇ ਆ ਗਿਆ ਵਿੱਚ। ਇਸ ਕਰਕੇ ਸੋਮਵਾਰ ਨੂੰ ਫਿਰ ਚਲੋ ਪਾਤਸ਼ਾਹ ਨੇ ਕਿਰਪਾ ਕੀਤੀ ਤੇ ਸੋਮਵਾਰ ਨੂੰ ਫਿਰ ਇਹਨਾਂ ਦੀ ਸੀ ਰਿਹਾਈ ਹੋ ਗਈ। ਇਹਦੇ ਵਿੱਚ ਸਾਡੇ ਪੰਥ ਦੇ ਵਿਦਵਾਨ, ਜਿਹੜੇ ਕੌਮ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਹੜੇ ਇਸ ਟਾਈਮ ਅਮਰੀਕਾ 'ਚ ਬੈਠੇ ਆ, ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਰਿਹਾ ਤੇ ਉਹਨਾਂ ਦਾ ਵੀ ਧੰਨਵਾਦ ਆ। ਤੁਹਾਨੂੰ ਡਰ ਨਹੀਂ ਲੱਗਿਆ ਕਿਉਂਕਿ ਇਹੀ ਪਿੱਛੇ ਜੇ ਦੇਖਣ ਨੂੰ ਮਿਲ ਰਿਹਾ ਕਿ ਸਰਕਾਰ ਨਾਲ ਜਿਹੜਾ ਵੀ ਕੋਈ ਆਡਾ ਲਾ ਰਿਹਾ ਉਹਨੂੰ ਨੋਟਿਸ ਆ ਰਹੇ ਨੇ NIA ਦੇ ਜਾਂ ਕਿਸੇ ਹੋਰ ਤਰ੍ਹਾਂ ਦੇ ਨਾਲ, ਜਿਹੜੇ ਕੋਈ ਮਦਦ ਕਰ ਰਿਹਾ ਕਿਸਾਨ ਅੰਦੋਲਨ 'ਚ, ਇਹਨਾਂ ਨਾਲ ਸਰਕਾਰ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰਦੀ ਹੈ। ਡਰ ਨਹੀਂ ਲੱਗਿਆ ਵੀ ਤੁਹਾਨੂੰ ਵੀ ਸਰਕਾਰ ਘੇਰ ਸਕਦੀ ਹੈ? ਦੇਖੋ, ਜਿਹੜੀ ਸਿੱਖ ਕੌਮ ਆ, ਇਹ ਗੁਰੂ ਪਾਤਸ਼ਾਹ ਨੇ ਆਪਣੇ ਪਿੰਡੇ ਤੇ ਹੰਢਾ ਕੇ ਸਾਨੂੰ ਆਪਣੇ ਹੱਕਾਂ ਦੇ ਲਈ ਪ੍ਰੇਰਿਆ। ਇਹਦੇ ਲਈ ਸਰਬੱਤ ਦੇ ਭਲੇ ਲਈ, ਇਸ ਦੇਸ਼ ਦੀ ਖਾਤਰ ਲੱਖਾਂ ਸ਼ਹਾਦਤਾਂ ਹੋਈਆਂ ਨੇ ਤੇ ਮਨੁੱਖੀ ਹੱਕਾਂ ਲਈ ਸਾਨੂੰ ਜਗਾਇਆ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਬਾਬਰ ਨੂੰ ਜਾਬਰ ਕਿਹਾ ਗੁਰੂ ਨਾਨਕ ਪਾਤਸ਼ਾਹ ਨੇ। ਸੋ ਸਿੱਖ ਕੌਮ ਤਾਂ ਚੜ੍ਹਦੀ ਕਲਾ ਰਹਿੰਦੀ ਹੈ, ਕੋਈ ਭੈ ਤਾਂ ਹੈ ਹੀ ਨਹੀਂ। ਭੈ ਤਾਂ ਕੇਵਲ ਸਾਨੂੰ ਅਕਾਲ ਪੁਰਖ ਨਿਰੰਕਾਰ ਦਾ, ਕਿ ਸਾਤੋਂ ਕਿਤੇ ਜਾਣੇ ਅਣਜਾਣੇ 'ਚ ਕੋਈ ਗਲਤੀ ਨਾ ਹੋ ਜਾਵੇ, ਅਸੀਂ ਕਿਸੇ ਦਾ ਮਨ ਨਾ ਦਿਖਾਈਏ, ਕਿਸੇ ਤੇ ਸਾਡੇ ਕੋਲ ਜ਼ਬਰ ਨਾ ਹੋ ਜਾਵੇ। ਸੋ ਇਹ ਸਾਡੇ ਮਨ 'ਚ ਪਿਆ ਰਹਿੰਦਾ ਹਮੇਸ਼ਾ। ਦੁਬਾਰਾ ਕਿਸਾਨ ਅੰਦੋਲਨ 'ਚ ਜਾਓਗੇ ਹੁਣ? ਬੇਨਤੀ ਕਰਨ ਲੱਗਾ ਸੀ, ਬੇਨਤੀ ਕਰਨੀ ਸੀਗੀ, ਦੇਸ਼ ਵਿਚ ਦੀਆਂ ਜਿਹੜੀਆਂ ਸੰਗਤਾਂ ਨੇ, ਉਹਨਾਂ ਸੰਗਤਾਂ 'ਚ ਹਿੰਦੂ ਵੀਰ ਵੀ ਨੇ, ਮੁਸਲਮਾਨ ਭਰਾ ਵੀ ਨੇ, ਈਸਾਈ ਵੀ ਨੇ ਤੇ ਸਿੱਖ ਭਰਾ ਤਾਂ ਹੈਗੇ ਨੇ। ਸਾਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂਗਾ, ਜਿਹੜੀ ਇਹ ਭਾਵਨਾ ਰੱਖੇ ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਨੇ। ਸਾਡੇ ਹੱਕ ਹਿੰਦੂ ਭਰਾਵਾਂ ਦੇ ਵੀ ਹੱਕ ਨੇ, ਮੁਸਲਮਾਨ ਭਰਾਵਾਂ ਦੇ ਹੱਕ ਨੇ। ਜਿਹੜੀ ਜ਼ੁਲਮ ਦੀ ਨੀਤੀ, ਜ਼ਬਰ ਦੀ ਨੀਤੀ ਅਪਣਾਈ ਜਾ ਰਹੀ ਹੈ, ਦੇਖੋ ਲਾਲ ਕਿਲ੍ਹੇ ਕੋਲ ਜਾ ਕੇ ਉੱਥੇ ਬੈਠ ਕੇ ਹੱਕ ਮੰਗਣਾ ਸਾਡਾ ਹੱਕ ਹੀ ਸੀਗਾ ਨਾ। ਸਾਡੇ ਪਿਤਾ ਜੀ ਨੇ ਉੱਥੇ, ਦਾਦਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਿੱਤੀ ਹੈ। ਸਾਡੇ ਭਰਾ ਉੱਥੇ ਸ਼ਹੀਦ ਹੋਏ ਨੇ, ਭਾਈ ਮਤੀ ਦਾਸ ਜੀ, ਭਾਈ ਸਤਦਾਸ ਜੀ, ਭਾਈ ਦਿਆਲਾ ਜੀ। ਉੱਥੇ ਬੈਠ ਕੇ ਜਦ ਦਾਸ ਨੇ ਕਿਹਾ ਸਾਡੇ ਲਾਲ ਕਿਲ੍ਹੇ, ਮੈਂ ਵੀ ਲਾਲ ਕਿਲ੍ਹੇ ਚਲਾ ਗਿਆ ਜੀ। ਮੈਂ ਤਾਂ ਸੀਸਗੰਜ ਗੁਰਦੁਆਰੇ ਗਿਆ ਸੀਗਾ, ਦੇਖਿਆ ਉਧਰ ਟਰੈਕਟਰ ਖੜੇ, ਆਵਾਜ਼ਾਂ ਆ ਰਹੀਆਂ, ਚਲੇ ਗਏ ਉੱਥੇ ਜੀ। ਉੱਥੇ ਕਿ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਪਏ ਸੀਗੇ। ਤੇ ਬੇਨਤੀ ਇਹੀ ਕਿ ਉੱਥੇ ਅਸੀਂ ਹੱਕ ਦੇਖੋ, ਜਿਹੜਾ ਉੱਥੇ ਦੁਰਘਟਨਾ ਵਾਪਰੀ ਏ, ਇਹ ਪੜਚੋਲ ਹੋਣੀ ਚਾਹੀਦੀ। ਉੱਥੇ ਕੋਈ ਕੀ ਕਾਰਨ ਕੀ ਬਣਿਆ, ਵਾਰ ਪਹਿਲੇ ਕਿੰਨੇ ਕੀਤਾ, ਹਮਲਾ ਪਹਿਲਾਂ ਕਿੰਨੇ ਕੀਤਾ। ਜੇ ਬੈਰੀਗੇਡ ਲਗਾਏ ਗਏ ਸੀ, ਜਾ ਰਹੇ ਸੀ ਕਿਸਾਨ ਭਰਾ, ਜਾ ਰਹੇ ਸੀ ਪੂਰੇ ਦੇਸ਼, ਜਿੱਥੇ ਮਰਜ਼ੀ ਆ ਕੇ ਆਪਣਾ ਹੱਕ ਮੰਗ ਸਕਦੇ ਨੇ। ਜੇ ਸਰਕਾਰ ਇੱਕ ਕਾਲੇ ਕਾਨੂੰਨ ਬਣਾ ਰਹੀ ਹੈ, ਕਾਨੂੰਨਾਂ ਦੇ ਵਿਰੁੱਧ ਬੋਲਣਾ, ਕਿਤੇ ਵੀ ਪੂਰੇ ਦੇਸ਼ ਜਿੱਥੇ ਮਰਜ਼ੀ ਆ ਕੇ ਬੈਠ ਕੇ ਹੱਕ ਮੰਗ ਸਕਦੇ ਆ, ਤੇ ਉੱਥੇ ਬੈਠ ਕੇ ਹੱਕ ਹੀ ਮੰਗਣ। ਸਤਨਾਮ ਵਾਹਿਗੁਰੂ ਦਾ ਜਾਪ ਵੀ ਕਰਨਾ ਸੀਗਾ। ਉੱਥੇ ਕਿਸਾਨ ਮੋਰਚੇ ਤੇ ਕੀ ਹੋ ਰਿਹਾ, ਉੱਥੇ ਕੀਰਤਨ ਵੀ ਹੁੰਦਾ ਏ, ਪਾਠ ਵੀ ਹੁੰਦਾ ਏ, ਰੋਜ਼ਾਨਾ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਨੇ, ਇਤਨੇ ਦੇ ਬਾਣੀ ਜਾਪ ਹੁੰਦੇ ਨੇ। ਉੱਥੇ ਮੁਸਲਮਾਨ ਭਰਾ ਆਪਣੀ ਬੈਠ ਕੇ ਨਮਾਜ਼ ਅਦਾ ਕਰਦੇ ਪਏ ਨੇ, ਹਿੰਦੂ ਭਰਾ ਆਪਣੇ ਉੱਤੇ ਜੱਗ ਵੀ ਕਰਦੇ ਪਏ। ਹੋਰ ਦੱਸੋ ਜੀ, ਉਹ ਵੀ ਆਪਣੀ ਪਾਠ ਪੂਜਾ ਕਰਦੇ ਪਏ ਨੇ। ਸਭ ਦਾ ਸਾਂਝਾ ਜੀ, ਸਾਡਾ ਸਾਂਝਾ ਹੀ ਗੱਲ ਹੈ। ਮਾਨਸ ਕੀ ਜਾ ਸਭ ਇੱਕ ਹੈ ਪਹਿਚਾਨਵੋ, ਇਹੀ ਨੀਤੀ ਹੈ। ਹਿੰਦੂ ਤੁਰਕ ਰਾਫਸੀ ਇਮਾਮ ਸਾਫੀ, ਮਾਨਸ ਕੀ ਜਾ ਸਭ ਇੱਕ ਹੈ ਪਹਿਚਾਨਵੋ। ਉਹਨੂੰ ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਉਹਨੂੰ ਰਾਮ ਕਹਿ ਲਓ, ਉਹਨੂੰ ਰਹੀਮ ਕਹਿ ਲਓ, ਉਹ ਇੱਕ ਹੀ ਹੈਗਾ ਜੀ, ਹੈ ਇੱਕ ਹੀ। ਦੇਖੋ, ਇੱਕ ਹੁਣ ਮੈਂ ਇੱਕ ਛੋਟੀ ਸਾਖੀ ਸੁਣਾਉਣਾ ਵਾ। 4 ਮੇਰੇ ਭਰਾ ਨਾ ਮੇਰੇ ਨਾਲ ਤਾਂ ਪ੍ਰਤੱਖ ਵਰਤੀ ਹੈ। ਹੁਣ 19 ਨੰਬਰ ਚੱਕੇ 'ਚ 17 ਤਰੀਕ ਨੂੰ ਮੈਂ ਆ ਗਿਆ ਸੀ ਜੀ।
ਉੱਥੇ ਗੁਲਾਮ ਹਸਨ ਜੀ ਮੁਸਲਮਾਨ ਭਰਾ ਸਨ ਮੇਰੇ, ਅਸੀਂ ਉਹਨਾਂ ਨੂੰ ਚਾਚਾ ਹੀ ਕਹਿੰਦੇ ਸੀਗੇ। ਇੱਕ ਈਸਾਈ ਭਰਾ ਸੀਗਾ ਰਾਹੁਲ ਬਹਿਰਾ, ਇੱਕ ਮੇਰਾ ਭਰਾ ਹਿੰਦੂ ਦਇਆਰਾਮ ਸੀਗਾ ਉੱਥੇ, ਇੱਕ ਵਿਪਨ ਸੀਗਾ ਤੇ ਦਾਸ ਸਰਦਾਰ ਇਕਬਾਲ ਸਿੰਘ, ਇਕੱਠੇ ਉੱਪਰ ਤੱਕ ਮੈਂ ਦੇਖਿਆ। ਉਹਦੀ ਮੈਂ ਸਟੋਰੀ ਉੱਥੇ ਸੁਣਾਉਂਦਾ ਸੀ ਸਾਰਿਆਂ ਨੂੰ ਭਰਾ ਨੂੰ ਕਿ ਦੇਖੋ ਇੱਕ ਨਾ ਕੈਨੇਡਾ ਜਾ ਰਹੇ ਸੀਗੇ 4 ਮਨੁੱਖ ਨਾ 4 ਭਰਾ ਜਾਚੇ, ਚਾਰੇ ਇਕੱਠੇ ਇੱਕੋ ਸੀਟ ਤੇ ਇਕੱਠੇ ਹੋ ਗਏ। ਉਹਨਾਂ ਨੇ ਸੋਚਿਆ ਆਪਾਂ ਪਿਆਰ ਇੰਨਾ ਬਣ ਗਿਆ ਆਪਾਂ ਇਕੱਠੇ ਉੱਥੇ ਜ਼ਮੀਨ ਖਰੀਦਾਂਗੇ। ਜਾ ਕੇ ਉਹਨਾਂ ਨੇ ਜ਼ਮੀਨ ਖਰੀਦ ਲਈ। ਜਦੋਂ ਜ਼ਮੀਨ ਖਰੀਦ ਲਈ ਉਹ ਕਹਿਣਗੇ, ਮੇਰਾ ਹਿੰਦੂ ਭਰਾ ਜਿਹੜਾ ਯੂਪੀ ਦਾ ਸੀਗਾ ਉਹ ਕਹਿਣਗੇ ਇੱਥੇ ਆਪਾਂ ਗੇਹੂੰ ਬੀਜਣਾ ਤੇ ਪੰਜਾਬੀ ਭਰਾ ਸਦਾ ਕਹਿਣਾ ਨਹੀਂ ਆਪਾਂ ਗੇਹੂੰ ਨਹੀਂ ਬੀਜਣਾ ਤੇ ਕਣਕ ਬੀਜਣੀ ਜੀ। ਤੇ ਈਸਾਈ ਭਰਾ ਕਹਿਣ ਲੱਗਾ ਨਹੀਂ ਇੱਥੇ ਵੀਟ ਬੀਜਣੀ ਹੈ, ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਕਣਕ ਨੂੰ ਹੀ। ਤੇ ਉਹ ਜਿਹੜਾ ਚੌਥਾ ਮੁਸਲਮਾਨ ਕਹਿੰਦਾ ਨਹੀਂ ਗੰਦਮ ਬੀਜਣਾ ਗੰਦਮ। ਉਹ ਆਪਸ ਵਿੱਚ ਲੜਨ ਲੱਗ ਪਏ, ਨਹੀਂ ਜੀ ਕਹਿੰਦੇ ਜ਼ਿਆਦਾ ਨਫਾ ਹੋਏਗਾ, ਕਹਿੰਦੇ ਜ਼ਿਆਦਾ ਲਾਭ ਜ਼ਿਆਦਾ ਹੋਵੇਗਾ ਇਹਦੇ ਚ, ਤੇ ਲੜਦੇ ਪਏ। ਉਹ ਸਿਆਣਾ ਇੱਕ ਮੇਰਾ ਭਰਾ ਹੋਰ ਆ ਗਿਆ, ਕਹਿੰਦਾ ਭਾਈ ਤੁਸੀਂ ਇਦਾਂ ਲੜੋ ਨਾ, ਦੱਸੋ ਗੱਲ ਕੀ। ਕਹਿਣਗੇ ਇਹ ਕਹਿੰਦਾ ਗੇਹੂੰ ਬੀਜਣਾ, ਇਹ ਕਹਿੰਦਾ ਕਣਕ ਬੀਜਣੀ, ਇਹ ਕਹਿੰਦਾ ਬੀਟ ਬੀਜਣਾ, ਇਹ ਕਹਿੰਦਾ ਗੰਦਮ ਬੀਜਣਾ। ਕਹਿੰਦਾ ਲਿਆਓ ਕੀ ਬੀਜਣਾ, ਲੈ ਕੇ ਆਓ, ਦਿਖਾਇਆ। ਕਣਕ ਜਦੋਂ ਆਈ ਉਹ ਕਹਿੰਦਾ ਇਹੀ ਤਾਂ ਗੇਹੂੰ ਹੈ, ਇਹੀ ਤਾਂ ਕਹਿਣਗੇ ਗੰਦਮ ਹੈ, ਉਹੀ ਤਾਂ ਵੀਟ ਹੈ, ਇਹੀ ਤਾਂ ਕਹਿੰਦੇ ਕਣਕ ਹੈਗੀ ਹੈ। ਇਸ ਧਰਮ ਦੇ ਨਾਮ ਤੇ ਸਾਨੂੰ ਲੜਾਉਂਦੇ ਪਏ। ਰੱਬ ਇੱਕੋ ਹੀ ਹੈ, ਰੱਬ ਇੱਕੋ ਹੀ। ਰਾਮ ਕਹਿ ਲਓ, ਕਰੀਮ ਕਹਿ ਲਓ, ਰਹੀਮ ਕਹਿ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਨਾਮ ਹੁੰਦੇ ਨਿੱਕਾ ਜੀ ਹੈ ਕਿ ਇੱਕ ਓੰਕਾਰ ਹੈ। ਉਹ ਸਰਵ ਵਿਆਪਕ ਹਿੰਦੂਆਂ ਵਿੱਚ ਹੀ ਹੈ, ਸਭ ਦਾ ਸਾਂਝਾ ਜੀ। ਇਹੀ ਮੈਸੇਜ ਗੁਰੂ ਨਾਨਕ ਸਾਹਿਬ ਨੇ ਦਿੱਤਾ, ਇਹੀ ਮੈਸੇਜ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਜਿਮੀ ਕੇ ਜ਼ਮਾਨ ਵਿਕੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਤੇ ਉਹ ਵਾਹਿਗੁਰੂ ਅੱਲਾ ਮਿਲਦਾ ਕਿੱਦਾਂ ਹੈ? ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨੀ ਪ੍ਰਭ ਪਾਇਓ। ਤੇ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ। ਵੇਖੋ ਭਾਈ ਕਨਈਆ ਜੀ ਜਿੱਥੇ ਜਲ ਛਕਾਉਂਦੇ ਸੀਗੇ ਉੱਥੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਕਹਿਤਾ ਵੀ ਡੱਬੀ ਲੈ ਮਲਮ ਦੀ, ਇਹ ਲੈ ਪੱਟੀ ਲੈ ਲੈ। ਕਹਿਣਗੇ ਤੂੰ ਮੈਨੂੰ ਕੱਲੇ ਜਲ ਨਹੀਂ ਛਕਾਉਣਾ, ਕਿਉਂਕਿ ਗੁਰੂ ਸਾਹਿਬ ਨੇ ਪੁੱਛਿਆ ਵੀ ਤੂੰ ਹਿੰਦੂਆਂ ਨੂੰ ਜਲ ਛਕਾਉਣਾ, ਤੂੰ ਮੁਸਲਮਾਨਾਂ ਨੂੰ ਛਕਾਉਣਾ, ਸਿੱਖਾਂ ਨੂੰ। ਕਹਿਣਗੇ ਨਹੀਂ ਮੈਂ ਤਾਂ ਤੁਹਾਨੂੰ ਹੀ ਛਕਾਉਣਾ ਜੀ। ਕਹਿਣਗੇ ਫਿਰ ਮੈਨੂੰ ਮਲਮ ਪੱਟੀ ਲਾ ਦਿਆ ਕਰ, ਕਿਉਂਕਿ ਉਹਨਾਂ ਨੂੰ ਸਭ ਵਿੱਚ ਆਪਣਾ ਪਿਆਰਾ ਦਿਸਦਾ ਸੀਗਾ। ਤੇ ਸਾਨੂੰ ਸਭ ਵਿੱਚ ਪਿਆਰਾ ਵਾਹਿਗੁਰੂ ਦਿਸਦਾ ਪਿਆ ਜੀ। ਉਹੀ ਰਾਮ ਹੈ, ਉਹੀ ਅੱਲਾ, ਸਭ ਨਾਲ ਪਿਆਰ ਹੈ ਜੀ। ਸਾਡਾ ਮੋਦੀ ਨਾਲ ਵੀ ਬਹੁਤ ਪਿਆਰ ਹੈ, ਕਿਉਂਕਿ ਇਹਨੇ ਕੰਮ ਬੜਾ ਵੱਡਾ ਕੀਤਾ ਹੈ। ਕੰਮ ਵੱਡਾ ਇੱਕ ਤਾਂ ਕਿਸਾਨ ਵੀਰਾਂ ਨੇ ਸਾਨੂੰ ਇਕੱਠੇ ਕਰਤਾ, ਇਕੱਠੇ ਮੋਰਚਾ ਲਾ ਕੇ ਬੈਠੇ ਆ। ਉੱਥੇ ਮੁਸਲਮਾਨ ਵੀ ਬੈਠੇ ਨੇ, ਹਿੰਦੂ ਬੈਠੇ, ਸਾਰੇ ਇਕੱਠੇ। ਇਸ ਲਈ ਇਸ ਮੁੱਦੇ ਵੀ ਅਸੀਂ ਧੰਨਵਾਦ ਕਰਦੇ ਹਾਂ। ਇਹਨੇ ਧੱਕਾ ਕੀਤਾ, ਅਸੀਂ ਸਾਰੇ ਇਕੱਠੇ ਹੋ ਗਏ। ਤੁਸੀਂ ਦੁਬਾਰਾ ਹੁਣ ਜਾਓਗੇ? ਹਾਂ ਜ਼ਰੂਰ, ਸਮਾਂ ਆਏਗਾ, ਜਾਵਾਂਗੇ, ਜਾਣਾ ਜ਼ਰੂਰ ਹੈ, ਜਾਣਾ ਜੀ। ਸਾਡਾ ਇਹ ਮੋਰਚਾ ਕੋਲ ਕਿਸਾਨਾਂ ਦਾ ਮੋਰਚਾ ਥੋੜ੍ਹੀ ਹੈਗਾ, ਉਹ ਸਾਡਾ ਹੱਕ ਦਾ ਮੋਰਚਾ ਹੈ, ਹੱਕ ਦਾ। ਅਸੀਂ ਇਹ ਦੇਖਿਆ, ਸਾਰੇ ਪਰਿਵਾਰ ਦੇ ਨਾਲ ਅਸੀਂ ਤੁਹਾਨੂੰ ਮਿਲਾਇਆ, ਸਾਰੇ ਭਾਵੁਕ ਵੀ ਨੇ ਤੇ ਸਾਰੇ ਸ਼ੁਕਰਾਨਾ ਵੀ ਕਰ ਰਹੇ ਨੇ ਰੱਬ ਦਾ ਕਿ ਉਹਨਾਂ ਦਾ ਪੁੱਤ, ਉਹਨਾਂ ਦਾ ਪਤੀ, ਉਹਨਾਂ ਦੇ ਪਿਤਾ ਸਾਰੇ ਇੱਥੇ ਵਾਪਸ ਆ ਗਏ ਨੇ। ਤਾਂ ਵਧੇਰੇ ਅਪਡੇਟਸ ਨਾਲ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਸਨਮਜੀਤ ਸਿੰਘ, ਲੁਧਿਆਣਾ।